ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜਾ ਚਾਣਕਯ ਨੀਤੀ ਗ੍ਰੰਥ ਆ ਜਾਂ ਚਾਣਕ ਨੀਤੀ ਜਿਹਨੂੰ ਕਿਹਾ ਜਾਂਦਾ, ਉਹ ਗ੍ਰੰਥ ਪੜ੍ਹਨਾ ਪ੍ਰਾਰੰਭ ਕਰ ਰਹੇ ਹਾਂ। ਤੇ ਜਿਵੇਂ ਉਸ ਦੀ ਉਥਾਨਕਾ ਸੰਪਰਦਾਈ ਮਹਾਂਪੁਰਸ਼ਾਂ ਨੂੰ ਪ੍ਰਾਪਤ ਹੋਈ ਹੈ, ਬੜੀ ਕਾਢ ਕੱਢ ਕੇ ਉਹ ਆਪਾਂ ਪਹਿਲਾਂ ਉਥਾਨਕਾ ਪੜ੍ਹਾਂਗੇ। ਜਿਵੇਂ ਪਿਛੇ ਆਪਾਂ ਭਾਵਰ ਸਾਮਰਥ ਵਿਚਾਰ ਮਾਲਾ ਉਹਦੀ ਉਥਾਨਕਾ ਵੀ ਪੜ੍ਹੀ ਸੀ, ਜਿੰਨੀ ਲਿਖੀ ਹੋਈ ਗ੍ਰੰਥਾਂ ਵਿੱਚ। ਹੁਣ ਅੱਜ ਇਹ ਉਥਾਨਕਾ ਪੜ੍ਹਾਂਗੇ, ਕਿਉਂਕਿ ਉਥਾਨਕਾ ਪੜ੍ਹਨੀ ਬਹੁਤ ਜ਼ਰੂਰੀ ਹੈ। ਗ੍ਰੰਥਕਾਰ ਦੇ ਬਾਰੇ ਦੱਸਣਾ, ਗ੍ਰੰਥ ਉਹਨੇ ਕਿਉਂ ਲਿਖਿਆ, ਕਿਵੇਂ ਜ਼ਰੂਰਤ ਪਈ, ਇਹ ਸਾਰਾ ਉਥਾਨਕਾ ਵਿੱਚ ਹੀ ਆ ਜਾਂਦਾ। ਕਈ ਗ੍ਰੰਥਾਂ ਦੇ ਵਿੱਚ ਕਈ ਗ੍ਰੰਥਕਾਰਾਂ ਦੇ ਨਾਮ, ਉਹਨਾਂ ਦੇ ਰਹਿਣ ਸਹਿਣ ਦਾ ਪਤਾ, ਉਹਨਾਂ ਦੀ ਤਰੀਕਾਂ ਉਮਰਾਂ ਦਾ ਪਤਾ ਹੈ, ਕਿੰਨੇ ਸਾਲ 'ਚ ਉਹਨਾਂ ਨੇ ਕੁਝ ਕੀਤਾ ਤੇ ਫਿਰ ਕਦੋਂ ਉਹ ਸਰੀਰ ਛੱਡ ਕੇ ਗਏ। ਕਈਆਂ ਦਾ ਐਸਾ ਕੁਝ ਨਹੀਂ ਮਿਲਦਾ, ਫਿਰ ਵੀ ਉਹਨਾਂ ਦੇ ਨਾ ਜਨਮ ਦਾ ਪਤਾ ਮਿਲਦਾ, ਨਾ ਅੰਤ ਵੇਲੇ ਸਰੀਰ ਛੱਡਣ ਦਾ ਹੀ। ਪਰ ਇਹ ਗੱਲ ਜ਼ਰੂਰ ਹੈ ਵੀ ਉਹਨਾਂ ਦੇ ਜੀਵਨ ਦੀ ਜਿਹੜੀ ਝਾਤੀ ਹੈ, ਜੀਵਨ ਬਾਰੇ ਜ਼ਿਆਦਾ ਪਤਾ ਲੱਗ ਜਾਂਦਾ ਹੈ। ਇਸੇ ਪ੍ਰਕਾਰ ਚਾਣਕਯ ਜਿਹੜਾ ਨੀਤੀ ਆ, ਇਹਦਾ ਐਸਾ ਹੀ ਕੁਝ ਹੈ ਵੀ ਇਹਦਾ ਉੱਦਾਂ ਦੇ ਜਿਹੜਾ ਉਹ ਪਤਾ ਘੱਟ ਹੀ ਹੈ, ਪਰ ਇਹਦੇ ਜੀਵਨ ਦੀ ਜਿਹੜੀ ਸਾਖੀ ਉਹ ਬਥੇਰੀ ਲੰਮੇਰੀ ਹੈ ਤੇ ਵਧੀਆ। ਆਓ ਆਪਾਂ ਅੱਜ ਚਾਣਕਯ ਨੀਤੀ ਗ੍ਰੰਥ ਆਰੰਭ ਕਰਨ ਤੋਂ ਪਹਿਲਾਂ ਉਹਦੀ ਉਥਾਨਕਾ ਜਿਹੜੀ ਪੜ੍ਹੀ, ਇਹ ਬੜੀ ਜ਼ਰੂਰੀ ਹੈ। ਜੋ ਸੰਪਰਦਾਈ ਉਥਾਨਕਾ ਮਹਾਂਪੁਰਸ਼ਾਂ ਨੇ ਪ੍ਰਾਪਤ ਹੋਈ ਆ, ਤੇ ਉਸ ਮੁਤਾਬਕ ਆਪਾਂ ਇਹ ਜਿਹੜੀ ਪੜ੍ਹਾਂਗੇ। ਜੀਵਨ ਚਾਣਕਯ ਰਿਸ਼ੀ ਦਾ ਉਥਾਨਕਾ ਵਿੱਚ ਇਵੇਂ ਆ। ਚਾਣਕਯ ਰਿਸ਼ੀ ਮਗਧ ਦੇਸ਼, ਜਿਸ ਨੂੰ ਅੱਜ ਕੱਲ੍ਹ ਬਿਹਾਰ ਕਿਹਾ ਜਾਂਦਾ, ਇਸ ਮਗਧ ਦੇਸ਼ ਵਿੱਚ ਅਥਵਾ ਬਿਹਾਰ ਵਿੱਚ ਪੈਦਾ ਹੋਇਆ ਇਹ ਚਾਣਕਯ ਰਿਸ਼ੀ। ਇਸ ਮਹਾਨ ਪੁਰਖ ਦੀ ਜਿਹੜੀ ਜਨਮ ਤਰੀਕ ਆ, ਉਹਦੇ ਲੱਭਣੀ ਬੜੀ ਅਸੰਭਵ ਗੱਲ ਹੈ, ਜਿਵੇਂ ਹੁਣੇ ਤੁਹਾਨੂੰ ਪਹਿਲਾਂ ਕਿਹਾ। ਪਰ ਅਨੁਮਾਨ ਨਾਲ ਇਹਨਾਂ ਦੇ ਜਨਮ ਦਾ ਪਤਾ ਇਉਂ ਲੱਗਦਾ ਕਿ ਜਦੋਂ ਸਿਕੰਦਰ ਆਜ਼ਮ ਨੇ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਤਾਂ ਇਹ ਉਸ ਤੋਂ ਕੁਝ ਸਮਾਂ ਪਹਿਲਾਂ, ਜਿਸ ਨੂੰ 2300 ਵਰ੍ਹੇ ਤੋਂ ਉੱਪਰ ਹੋ ਚੁੱਕੇ ਹਨ, ਬ੍ਰਾਹਮਣਾਂ ਦੀ ਵੰਸ਼ ਵਿੱਚ ਪੈਦਾ ਹੋਇਆ। ਠੀਕ ਹੈ ਜੀ। ਆਪਣੀ ਬਾਲ ਅਵਸਥਾ ਸਮਾਪਤ ਕਰਕੇ ਬ੍ਰਹਮਚਾਰੀ ਧਾਰਨ ਕਰਕੇ ਬ੍ਰਹਮਚਾਰੀ ਰੂਪ ਵਿੱਚ ਹੋ ਕੇ ਕਾਂਸ਼ੀ ਜਾ ਕੇ ਪੜ੍ਹੇ, ਜਿੱਥੇ ਕਾਂਸ਼ੀ ਵਿੱਚ ਜਾ ਕੇ ਚਾਣਕਯ ਰਿਸ਼ੀ ਨੇ ਵੈਦਿਕ, ਗਣਿਤ ਵਿਦਿਆ, ਰਸਾਇਣ ਵਿਦਿਆ, ਜੋਤਿਸ਼ ਵਿਦਿਆ, ਵਿਆਕਰਨ, ਪਿੰਗਲ ਅਤੇ ਵੇਦ ਵਿਦਾਂਤ ਪੜ੍ਹ ਕੇ ਮਹਾਨ ਹੀ ਵਿਦਵਾਨ ਬਣ ਗਿਆ ਸੀ। ਇਹਨਾਂ ਨੂੰ ਜੋ ਮਾਤਾ ਪਿਤਾ ਤੋਂ ਸਰੀਰ ਪ੍ਰਾਪਤ ਹੋਇਆ, ਉਹ ਰੰਗ ਰੂਪ ਵਿੱਚ ਤੇ ਕੋਈ ਸੁੰਦਰਤਾ ਵਾਲਾ ਨਹੀਂ ਸੀ। ਰੰਗ ਕੋਈ ਸੋਹਣਾ ਨਹੀਂ ਸੀ, ਰੰਗ ਦੇ ਬਹੁਤ ਕਾਲਾ ਸੀ। ਫਿਰ ਨਾ ਹੀ ਕਿਸੇ ਪ੍ਰਸਿੱਧੀ ਵਾਲੇ ਬ੍ਰਾਹਮਣ ਦੇ ਪੁੱਤਰ ਹੀ ਸਨ। ਬ੍ਰਾਹਮਣਾਂ ਦੀ ਵੰਸ਼ ਤੇ ਪੈਦਾ ਹੋਇਆ, ਪਰ ਪ੍ਰਸਿੱਧੀ ਵਾਲੇ ਬ੍ਰਾਹਮਣ ਦੇ ਪੁੱਤਰ ਨਹੀਂ ਸਨ। ਇੱਕ ਸਧਾਰਨ ਜਿਹੇ ਬ੍ਰਾਹਮਣ ਦੇ ਘਰ ਜਨਮੇ ਸੀ, ਪਰ ਆਪਣੀ ਰਾਜਨੀਤੀ ਅਤੇ ਵਿਦਿਆ ਦੇ ਬਲ ਨਾਲ ਹੀ ਬੜੇ ਪ੍ਰਸਿੱਧੀ ਵਾਲੇ ਬ੍ਰਾਹਮਣਾਂ ਤੋਂ ਵੀ ਅੱਗੇ ਲੰਘ ਗਏ। ਇਸ ਰਾਜਨੀਤੀ ਨਾਲ ਇਹਨਾਂ ਨੇ 9 ਨੰਦਾਂ ਨੂੰ ਮਰਵਾ ਕੇ ਚੰਦਰਗੁਪਤ ਮੌਰੀਆ ਨੂੰ
ਰਾਜ ਤਿਲਕ ਦਿਵਾ ਕੇ ਫਿਰ ਉਸੇ ਰਾਜ ਦੇ ਪ੍ਰਧਾਨ ਮੰਤਰੀ ਬਣੇ। ਇਹ ਚੰਦਰਗੁਪਤ ਮੌਰੀਆ ਇੱਕ ਨੈਣ ਦਾ ਪੁੱਤਰ ਸੀ, ਜਿਸ ਨੂੰ ਇਸਨੇ ਰਾਜਗੱਦੀ ਦਵਾਈ ਚਾਣਕੇ ਰਿਸ਼ੀ ਨੇ। ਉਹ ਕਿਵੇਂ ਦਵਾਈ ਸੀ? ਉਹ ਇਸ ਪ੍ਰਕਾਰ ਹੋਇਆ ਵੀ 5000 ਵਰਸ਼ ਤੋਂ ਵੀ ਪਹਿਲਾਂ ਭਾਰਤ ਵਿੱਚ ਇੱਕ ਰਾਜਾ ਜਿਸ ਦਾ ਨਾਂ ਸੀ ਮਗਧ, ਤੇ ਜਰਾਸੰਧ ਆਦਿਕ ਪੂਰਵੰਸ਼ੀ ਪ੍ਰਸਿੱਧ ਰਾਜੇ ਹੋਏ। ਜਿਹੜਾ ਜਰਾਸੰਧ ਹੋਇਆ ਨਾ ਰਾਖਸ਼, ਉਹ ਪੂਰਵੰਸ਼ੀ ਸੀ, ਉਹਦੇ ਵਿੱਚ ਪ੍ਰਸਿੱਧ ਹੋਏ। ਇੱਥੇ ਹੀ ਮਗਧ ਦੇਸ਼ ਹੀ ਜਰਾਸੰਧ ਆਦਿਕ ਪੂਰਵੰਸ਼ੀ ਪ੍ਰਸਿੱਧ ਰਾਜੇ ਇੱਥੇ ਹੀ ਹੋਏ, ਬਿਹਾਰ ਵਿੱਚ ਹੀ। ਹਾਂਜੀ, ਤੇ ਇਹ ਵੀ ਬਿਹਾਰ ਵਿੱਚ ਹੀ ਪੈਦਾ ਹੋਇਆ, ਜਿਸ ਦੀ ਰਾਜਧਾਨੀ ਪਾਟਲੀ ਪੁੱਤਰ ਜਾਂ ਪੁਸ਼ਪਪੁਰੀ ਜਾਂ ਪਦਮਪੁਰੀ ਜਾਂ ਕੁਸਮਪੁਰੀ ਆਦਿਕ ਇੱਕ ਦੇ ਨਾਮ ਹਨ, ਭਾਵ ਨਾਮ ਇੰਨੇ ਸੀ ਇਹ ਪਟਨਾ ਦੀ। ਪਾਟਲੀ ਪੁੱਤਰ, ਪਸਮਪੁਰੀ, ਪਦਮਪੁਰੀ, ਕੁਸਮਪੁਰੀ ਮਗਧ ਦਾ ਨਾਮ ਸੀ ਉਦੋਂ ਪਟਨਾ ਸ਼ਹਿਰ ਦਾ, ਬਿਹਾਰ ਦਾ। ਸੋ ਵਾਹਿਗੁਰੂ ਬਿਹਾਰ ਹੈ, ਮਗਧ ਤੋਂ ਭਾਵ ਬਿਹਾਰ ਦੇਸ਼, ਬਿਹਾਰ ਦੀ ਸਟੇਟ। ਪਰ ਅੱਜ ਕੱਲ੍ਹ ਇਸ ਨੂੰ ਜਿਹੜਾ ਪਟਨਾ ਸ਼ਹਿਰ ਬਿਹਾਰ ਦੇ ਲੋਕ ਕਹਿੰਦੇ। ਇਹ ਜਿਹੜੇ ਜਿਹਦੇ ਨਾਂ ਸੀ ਨਾ ਪਾਟਲੀ ਪੁੱਤਰ, ਪੁਸ਼ਪਪੁਰੀ, ਪਦਮਪੁਰੀ, ਕੁਸਮਪੁਰੀ, ਪਟਨਾ ਸ਼ਹਿਰ ਦੀ ਜਿਹੜੀ ਰਾਜਧਾਨੀ ਹੈ, ਤੇ ਉਦੋਂ ਇਹ ਚਾਰ ਨਾਂ ਹੀ। ਹੁਣ ਅੱਜ ਕੱਲ੍ਹ ਇਹਨੂੰ ਪਟਨਾ ਸ਼ਹਿਰ ਕਹਿੰਦੇ ਆ। ਪਟਨਾ ਸ਼ਹਿਰ ਵਿਖੇ ਭਾਵ ਲਿਓ। ਹਾਂਜੀ, ਕਾਗਜ਼ਾਂ ਵਿੱਚ ਚੋ ਲਿਖਤੀ ਜੋ ਵੀ ਹੋਵੇ, ਅੱਜ ਕੱਲ੍ਹ ਪਟਨਾ ਹੀ। ਪਰ ਹਰ ਸਾਲ ਇੱਕ ਸਿੱਖ ਗੁਰਸ਼ਰਧਾਲੂ ਦੇ ਹਿਰਦੇ ਉੱਤੇ ਪਟਨਾ ਸਾਹਿਬ ਹੈ, ਜਿੱਥੇ ਕਲਗੀਧਰ ਪਾਤਸ਼ਾਹ ਦਾ ਅਵਤਾਰ ਹੋਇਆ। ਤੇ ਸਤਿਗੁਰੂ ਜੀ ਨੇ ਕਿਹਾ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਜੋ ਸਾਰਾ ਇਸ ਕਰਕੇ ਪਟਨਾ ਸ਼ਹਿਰ ਹੀ ਸਿੱਖਾਂ ਦੇ ਹਿਰਦੇ 'ਚ ਵਸਦਾ ਹੁਣ। ਜੋ ਜਰਾਸੰਧ ਦੀ ਵੰਸ਼ ਪੂਰਵਵੰਸ਼ੀ ਰਾਜੇ ਸਨ, ਉਹਨਾਂ ਨੂੰ ਮਗਧ ਦੇਸ਼ ਵਿੱਚੋਂ ਕੱਢ ਕੇ ਨੰਦ ਵੰਸ਼ ਨੇ ਮਗਧ ਦੇਸ਼ ਤੇ ਆਪਣਾ ਰਾਜ ਸਥਾਪਿਤ ਕੀਤਾ। ਨੌ ਨੰਦਾਂ ਨੇ ਪੀੜ੍ਹੀ ਦਰ ਪੀੜ੍ਹੀ 138 ਵਰਸ਼ ਤੱਕ ਰਾਜ ਕੀਤਾ। ਇਸ ਵੰਸ਼ ਵਿੱਚ ਮਹਾਰਾਜਾ ਪਦਮ ਨੰਦ ਹੋਇਆ ਇੱਕ, ਜਿਸ ਦਾ ਪ੍ਰਤਾਪ ਸਾਰੇ ਭਾਰਤ ਵਿੱਚ ਹੀ ਛਾ ਗਿਆ। ਉਸ ਸਮੇਂ ਇਸ ਦੇ ਬਰਾਬਰ ਦਾ ਕੋਈ ਰਾਜਾ ਨਹੀਂ ਸੀ ਦੂਜਾ ਮੁਕਾਬਲੇ ਵਿੱਚ, ਜਿਸ ਕਰਕੇ ਇਹ ਰਾਜਾ ਹੁਣ ਹਉਮੈ ਚੜ੍ਹ ਗਈ। ਮੈਂ ਨਾ ਮਰਬੋ ਸੰਸਾਰਾ। ਇਸ ਕਰਕੇ ਹਉਮੈ ਦਾ ਇੰਨਾ ਸ਼ਿਕਾਰ ਹੋ ਗਿਆ, ਛੋਟੇ ਵੱਡੇ ਰਾਜਿਆਂ ਨੂੰ ਆਮ ਬੰਦਿਆਂ ਦੀ ਤਰ੍ਹਾਂ ਸਮਝ ਕੇ ਨਾ ਨਰਾਦਰ ਕਰਨ ਲੱਗਾ। ਜਿਵੇਂ ਅੱਜ ਕੱਲ੍ਹ ਮੋਦੀ ਦੀ ਹਾਲਤ ਹੋਈ ਪਈ। ਇਸ ਦੀ ਹੁਣ ਪ੍ਰਾਲਬਧ ਦੇ ਵਿੱਚ, ਕਿਸਮਤ ਦੇ ਵਿੱਚ, ਜਿੱਥੇ ਇੰਨਾ ਵੱਡਾ ਰਾਜ ਲਿਖਿਆ ਹੋਇਆ ਸੀ, ਉੱਥੇ ਪਰਜਾ ਵਿੱਚ ਇਸ ਦੇ ਰਾਜ ਦੀ ਸ਼ਲਾਘਾ ਵੀ ਸੀ। ਪਰ ਇਸ ਦੇ ਕਰੋਪੀ ਤੇ ਅਸ਼ਾਂਤ ਸੁਭਾਅ ਦੀ ਚਰਚਾ ਵੀ ਸੀ ਕਿ ਬੜਾ ਕਰੂਰੀ ਆ, ਚੈਨ ਨਹੀਂ ਰਹਿੰਦਾ, ਕਦੇ ਅਸ਼ਾਂਤ ਹੀ ਰਹਿੰਦਾ। ਅਸ਼ਾਂਤ ਸੁਭਾਅ ਹੋਣ ਕਰਕੇ ਨਿੱਕੀ ਨਿੱਕੀ ਗੱਲ ਕਾਰਨ ਮੰਤਰੀਆਂ ਅਹਿਲਕਾਰਾਂ ਨਾਲ ਗੁੱਸੇ ਹੋ ਜਾਇਆ ਕਰਦਾ ਸੀ। ਇਹ ਜਿਹੜਾ ਪਦਮਨੰਦ ਰਾਜਾ, ਮਹਾਰਾਜਾ ਪਦਮਨੰਦ ਦੇ ਦੋ ਮੰਤਰੀ ਸਨ। ਪ੍ਰਧਾਨ ਮੰਤਰੀ ਦਾ ਨਾਂ ਸਿਕਟਾਰ ਤੇ ਦੂਜੇ ਦਾ ਨਾਂ ਰਾਖਸ਼ ਸੀ। ਇੱਕ ਦਾ ਨਾਮ ਕੀ ਹੈ ਸਿਕਟਾਰ, ਦੂਜੇ ਦਾ ਰਾਖਸ਼। ਸਿਕਟਾਰ ਜਾਤੀ ਦਾ ਸ਼ੂਦਰ ਤੇ ਰਾਖਸ਼ ਬ੍ਰਾਹਮਣ ਜਾਤੀ ਦਾ ਸੀ। ਜਿਹੜਾ ਸਿਕਟਾਰ ਹੈ ਨਾ, ਉਹਦੀ ਜਾਤੀ ਸੀ ਸ਼ੂਦਰ, ਰਾਖਸ਼ ਦੀ ਜਾਤੀ ਸੀ ਬ੍ਰਾਹਮਣ। ਪਰ ਦੋਵੇਂ ਬਹੁਤ ਬੁੱਧੀਮਾਨ ਸਨ। ਇੱਕ ਦਿਨ ਕਿਸੇ ਮਾਮੂਲੀ ਗੱਲ ਤੋਂ ਮਹਾਰਾਜਾ ਪਦਮਨੰਦ ਸਿਕਟਾਰ ਉੱਤੇ ਕ੍ਰੋਧਿਤ ਹੋ ਗਿਆ ਆਪਣੇ ਮੰਤਰੀ ਤੇ। ਉਸ ਨੂੰ ਪਰਿਵਾਰ ਸਮੇਤ ਕੈਦ ਕਰ ਦਿੱਤਾ ਅਤੇ ਸਜ਼ਾ ਵੀ ਐਸੀ ਦਿੱਤੀ ਕਿ ਪੇਟ ਭਰਨ ਨੂੰ ਵੀ ਰੋਟੀ ਵੀ ਪ੍ਰਾਪਤ ਨਹੀਂ ਹੁੰਦੀ ਸੀ। ਪਰਿਵਾਰ ਨੂੰ 2 ਸੇਰ ਜੌਆਂ ਦਾ ਆਟਾ ਮਿਲਦਾ। ਇਸ ਰਾਜੇ ਦੇ ਕ੍ਰੋਧੀ ਸੁਭਾਅ ਨੇ ਜਿੱਥੇ ਇਹ ਚਮਤਕਾਰ ਦਿਖਾਇਆ ਕਿ ਸਿਕਟਾਰ ਵਰਗੇ ਸੱਜਣ ਨੂੰ ਮਾਮੂਲੀ ਗੱਲ ਤੇ ਕੈਦ ਕਰ ਦਿੱਤਾ।
ਐਡੀ ਕੋਈ ਗੱਲ ਵੀ ਨਹੀਂ ਸੀ। ਉੱਥੇ ਇੱਕ ਦਿਨ ਆਪਣੇ ਕ੍ਰੋਧੀ ਸੁਭਾਅ ਅਧੀਨ ਹੋ ਕੇ ਆਪਣੀ ਵਫਾਦਾਰ ਵਿਚਖਣਾ ਦਾਸੀ ਤੇ ਕ੍ਰੋਧਵਾਨ ਹੋ ਗਿਆ। ਵਿਚਖਣਾ ਨਾਮ ਦੀ ਦਾਸੀ ਸੀ, ਉੱਤੇ ਕ੍ਰੋਧਵਾਨ ਹੋ ਗਿਆ, ਜਿਹੜੀ ਬੜੀ ਵਫਾਦਾਰ ਸੀ। ਉਸ ਸਮੇਂ ਇਸਤਰੀ ਦੀ ਮਾਨਸਿਕ ਦਸ਼ਾ ਅੱਜ ਵਰਗੀ ਔਰਤ ਤੁਲ ਨਹੀਂ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਸਾਡੇ ਦੇਸ਼ ਉਤੇ ਕਿਰਪਾ ਹੋਈ। ਸ਼ੂਦਰ ਜਾਤੀ ਦੀ ਘਿਰਣਾ, ਨਫ਼ਰਤ ਅਤੇ ਔਰਤ ਜਾਤੀ ਦਾ ਅਪਮਾਨ ਦੂਰ ਕਰਨ ਲਈ ਪ੍ਰਚਾਰ ਸਤਿਗੁਰੂ ਨੇ ਕੀਤਾ। 10 ਜਾਮਿਆਂ ਵਿੱਚ ਹੀ ਪ੍ਰਚਾਰਿਆ। ਸਤੀ ਹੋਣ ਦੀ ਪ੍ਰਥਾ ਢਾਈ। ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵੀ ਆਹੋ, ਇਹ ਉਪਦੇਸ਼ ਰਾਹੀਂ ਕਾਂਸ਼ੀ ਵੀ ਉਪਦੇਸ਼ ਦਿੱਤਾ ਸੀ ਸਤਿਗੁਰੂ ਜੀ ਨੇ। ਸੋ ਰੋਹ ਵਿਚਾਰ ਵੀ ਪ੍ਰਚਾਰ ਮਾਰਨ ਕੀਤਾ ਸਾਡੇ ਦਸੇ ਸਰੂਪਾਂ ਨੇ। ਸੋ ਕੋ ਮੰਦਾ ਆਖੀਏ ਜਦ ਮਹਾਰਾਜਾ। ਅੱਗੇ ਸਿੱਖਾਂ ਨੇ ਵੀ ਇਸੇ ਪਰੰਪਰਾ ਨੂੰ ਕਾਇਮ ਰੱਖਿਆ। ਔਰਤਾਂ ਦੀ ਜਾਤੀ ਕੁੱਖੋਂ, ਕਿਉਂਕਿ ਬੜੇ ਬੜੇ ਸੂਰਬੀਰ ਸਤਿਕਾਰਯੋਗ ਹਸਤੀਆਂ ਪੈਦਾ ਹੋਈਆਂ ਜੋ ਸਵਾ ਮਣ ਚੱਕੀ ਪੀਸਦੀਆਂ ਸਨ। ਮਾਈਆਂ ਸਾਰੇ ਜਿੰਨੇ ਗੁਰੂ ਕੇ ਸਿੱਖ ਮਹਾਨ ਮਾਈਆਂ ਦੇ ਉਧਰ ਤੋਂ ਹੀ ਹੋਏ ਹੈ ਨਾ। ਬੱਚਿਆਂ ਦੇ ਹਾਰ ਗਲਾਂ ਵਿੱਚ ਪਾਉਂਦੀਆਂ ਸਨ, ਫਿਰ ਵੀ ਉਦਾਸ ਨਹੀਂ ਸਨ। ਐਸੀਆਂ ਮਾਈਆਂ ਸਨ। ਮਾਈਆਂ ਰੱਬ ਰਜਾਈਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਣ ਵੇਲੇ ਕਿਹਾ ਸੀ ਇੱਥੇ ਹਰਿਮੰਦਰ ਸਾਹਿਬ, ਸਿੱਖ ਕੌਮ ਦੀ ਕੁਰਬਾਨੀ ਨਾਲ ਦੇਸ਼ ਨੂੰ ਆਜ਼ਾਦੀ ਮਿਲੀ ਹੈ, ਔਰਤ ਨੂੰ ਬਰਾਬਰ ਦੇ ਹੱਕ ਮਿਲੇ। ਪਰ ਉਹ ਸਮਾਂ ਐਸਾ ਨਹੀਂ ਸੀ ਜਦੋਂ ਇਹ ਰਾਜਨ ਸਮਾਂ ਸੀ ਨਾ ਪਦਮ ਨੰਦ ਹੋਣਾ ਦਾ। ਔਰਤ ਦਾ ਕੈਦ ਵਿੱਚ ਜਾਣਾ ਮੌਤ ਦੇ ਬਰਾਬਰ ਹੀ ਸੀ। ਰਾਜ ਦੀ ਦਾਸੀ ਵਿਚਖਣਾ ਬਹੁਤ ਦਿਲਗੀਰ ਭਾਵ ਉਦਾਸ ਤੇ ਮਾਯੂਸ ਸੀ। ਭਾਵੇਂ ਸੈਕਟਰ ਮੰਤਰੀ ਕੈਦ ਵਿੱਚ ਸੀ, ਪਰ ਇਸ ਦੀ ਨੀਤੀ ਤੇ ਬੁੱਧੀ ਨਾਲ ਦਾਸੀ ਦੀ ਜਾਨ ਬਚ ਗਈ, ਨਹੀਂ ਤਾਂ ਦਾਸੀ ਨੂੰ ਸਜ਼ਾਏ ਮੌਤ ਸੀ। ਹੁਣ ਦਾਨਿਆਂ ਦਾ ਮਤ ਹੈ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਭਲਾਈ ਕੀਤੀ ਹੋਈ ਧਰਤੀ ਵਿੱਚ ਬੀਜੇ ਬੀਜ ਦੀ ਤਰ੍ਹਾਂ ਉੱਗ ਕੇ ਬੀਜਣ ਵਾਲੇ ਨੂੰ ਭਲਾਈ ਦਾ ਫਲ ਦਿੰਦੀ। ਇਸੇ ਤਰ੍ਹਾਂ ਵਿਚਖਣਾ ਦਾਸੀ ਦੇ ਪਹਿਲਾਂ ਦੀ ਤਰ੍ਹਾਂ ਰਾਜ ਦਰਬਾਰ ਵਿੱਚ ਪੈਰ ਲੱਗ ਗਏ। ਰਾਜਾ ਜਿਹੜਾ ਬੜਾ ਫਿਰ ਵਿਸ਼ਵਾਸ ਕਰਨ ਲੱਗਾ। ਦਾਸੀ ਨੇ ਮਹਾਰਾਜ ਨੂੰ ਕਿਹਾ, ਸੈਕਟਰ ਦੇਖ ਰਾਜਾ ਬੇਗੁਨਾਹ ਹੈ, ਪਰਿਵਾਰ ਸਮੇਤ ਕੈਦ ਵਿੱਚੋਂ ਮੁਕਤ ਤੂੰ ਕਰ ਦੇ। ਤੇ ਉਹਨੇ ਕਰ ਦਿੱਤਾ ਕਹਿਣੇ ਕਰਕੇ। ਮਹਾਰਾਜਾ ਮਹਾਨੰਦ ਨੇ ਉਸ ਨੂੰ ਦੁਬਾਰਾ ਮੰਤਰੀ ਦਾ ਬਣਾ ਦਿੱਤਾ, ਪਰ ਉਸ ਦਾ ਰੁਤਬਾ ਛੋਟਾ ਕਰ ਦਿੱਤਾ। ਠੀਕ ਹੈ ਜੀ। ਜਿਹੜਾ ਬ੍ਰਾਹਮਣ ਰਾਖਸ਼ ਛੋਟਾ ਮੰਤਰੀ ਸੀ, ਉਸ ਨੂੰ ਵੱਡਾ ਮੰਤਰੀ ਤੇ ਸੈਕਟਰ ਨੂੰ ਛੋਟਾ ਮੰਤਰੀ ਬਣਾ ਦਿੱਤਾ। ਹੁਣ ਇਹ ਮਾਨਨੀय ਯੋਗ ਪੁਰਸ਼ ਜੋ ਬਿਨਾਂ ਗੁਨਾਹ ਤੋਂ ਅਪਮਾਨਿਤ ਹੋ ਚੁੱਕਾ ਸੀ, ਸੈਕਟਰ ਦਿਨ ਰਾਤ ਆਪਣੇ ਅਪਮਾਨ ਦਾ ਬਦਲਾ ਲੈਣ ਬਾਰੇ ਸੋਚਦਾ ਰਹਿੰਦਾ ਕਿ ਇਸਨੇ ਮੇਰੇ ਪਰਿਵਾਰ ਦਾ ਸਤਿਆਨਾਸ਼ ਕਰ ਦਿੱਤਾ। ਇਹ ਸੰਸਕਾਰ ਇਸ ਮੰਤਰੀ ਦੇ ਮਨ ਵਿੱਚ ਗੂੜਾ ਹੁੰਦਾ ਗਿਆ, ਪਰ ਬਦਲਾ ਲੈਣ ਦਾ ਕੋਈ ਉਪਾਅ ਨਹੀਂ ਸੁੱਝਾ। ਇੱਕ ਦਿਨ ਕੁਦਰਤ ਨੇ ਐਸੀ ਮਦਦ ਕੀਤੀ ਕਿ ਸੈਕਟਰ ਜੋ ਛੋਟਾ ਮੰਤਰੀ ਸੀ, ਜਿਹੜਾ ਵੱਡਾ ਤੋਂ ਵੱਡੇ ਤੋਂ ਛੋਟਾ ਹੋ ਗਿਆ ਸੀ, ਸੈਕਟਰ ਘੋੜੇ ਤੇ ਚੜ ਕੇ ਸੈਰ ਕਰਨ ਜਾ ਰਿਹਾ ਸੀ ਤਾਂ ਉਸਨੇ ਕੀ ਦੇਖਿਆ ਕਿ ਰੰਗ ਦਾ ਕਾਲਾ ਬਦਸੂਰਤ ਬ੍ਰਾਹਮਣ ਆਪਣੀ ਛਪਰੀ ਦੇ ਅੱਗੇ ਰਸਤੇ ਦੀ ਕੁਸ਼ਾ ਜਿਹੜੀ ਹੈ ਨਾ ਦੱਬ ਜੀ, ਜਿਹਨੂੰ ਪੰਨੀ ਕਹਿੰਦੇ, ਪੁੱਟ ਪੁੱਟ ਕੇ ਉਹਦੀਆਂ ਜੜ੍ਹਾਂ ਵਿੱਚ ਖੱਟੀ ਲੱਸੀ ਪਾ ਰਿਹਾ ਸੀ। ਇਹ ਕੁਝ ਕਰਦਿਆਂ ਬ੍ਰਾਹਮਣ ਭਾਵੇਂ ਸੀਨੇ ਨਾਲ ਭਿੱਜਿਆ ਹੋਇਆ ਸੀ ਇਹ ਚਾਣਕ ਰਿਸ਼ੀ, ਪਰ ਫਿਰ ਵੀ ਆਪਣੇ ਹੱਥ ਨਾਲ ਇਸ ਕਿਰਿਆ ਵਿੱਚ ਲੱਗਿਆ ਹੋਇਆ। ਫੁੱਟੀ ਜਾਵੇ ਕੁਸ਼ਾ, ਲੱਸੀ ਪਾਈ ਜਾਵੇ। ਘੋੜੇ ਤੇ ਚੜੇ ਹੋਏ ਇਸ ਸੈਕਟਰ ਮੰਤਰੀ ਨੇ ਆਸ਼ਚਰਜ ਮੰਨਿਆ, ਬੜਾ ਹੈਰਾਨ ਹੋਇਆ। ਇਹਦੇ ਕੋਲ ਆ ਕੇ ਪੁੱਛਿਆ, ਜਨੇਊ ਪਹਿਨੇ ਤੋਂ ਬ੍ਰਾਹਮਣ ਦੀ ਪਹਿਚਾਣ ਕਰਕੇ ਕਿ ਇਹ ਬ੍ਰਾਹਮਣ ਆ ਦੇਖਣ ਨੂੰ ਤੇ ਬੜਾ ਬੁੱਧੀਵਾਨ ਲੱਗਦਾ, ਪਰ ਤੇਰਾ ਕਰਤੱਵ ਬੁੱਧੀਵਾਨਾਂ ਵਾਲਾ ਜਾਪਦਾ ਨਹੀਂ ਮੈਨੂੰ। ਦੇਖਣ ਨੂੰ ਅਕਲ ਵਾਲਾ ਲੱਗਦਾ, ਪਰ ਅਕਲ ਨਹੀਂ ਲੱਗਦੀ ਮੈਨੂੰ ਵੀ ਹੈਗੀ ਤੈਨੂੰ।
ਤਾਂ ਇਸਨੇ ਕਿਹਾ ਕਿ ਇਹ ਭਲੇ ਪੁਰਸ਼, ਕਈ ਵਾਰੀ ਕਰਤਵ ਦਿਸਣ ਵਿੱਚ ਬੁੱਧੀਹੀਨਾਂ ਦਾ ਦਿਸਦਾ ਹੈ। ਜਿਹੜਾ ਕੰਮ ਕਰੀਦਾ ਨਾ ਕਿਸੇ ਵੇਲੇ ਕਹਿੰਦੇ ਉਹ ਐਵੇਂ ਲੱਗਦਾ ਵੀ ਅਕਲ ਤੋਂ ਹੀਣਾ ਹੀ ਕੰਮ ਕਰਨ ਡਿਆ, ਪਰ ਉਸ ਵਿੱਚ ਲੁਕੀ ਹੋਈ ਬੁੱਧੀ ਦਾ ਚਮਤਕਾਰ ਅਣਜਾਣ ਵਿਅਕਤੀ ਨਹੀਂ ਸਮਝ ਸਕਦਾ। ਮੈਨੂੰ ਤਾਂ ਐਸਾ ਅਣਜਾਣ ਵਿਅਕਤੀ ਦਿਸਦਾ ਤੂੰ ਵੀ, ਸਕਟਾਰ ਨੂੰ ਕਿਹਾ। ਤੇਰੇ ਲਿਬਾਸ ਤੋਂ ਅਨੁਮਾਨ ਲੱਗਦਾ ਕਿ ਤੂੰ ਪਾਤਸ਼ਾਹ ਦਾ ਮੰਤਰੀ ਹੋਵੇਂਗਾ, ਪਰ ਬੁੱਧੀਵਾਨ ਨਹੀਂ ਦਿਖਦਾ। ਤੇਰੇ ਪ੍ਰਸ਼ਨ ਦਾ ਉੱਤਰ ਦੇਣ ਲੱਗਾ ਹਾਂ, ਔਰ ਪ੍ਰੀਚਾ ਜਿਹੜਾ ਪਰਚੇ ਆ ਉਹ ਵੀ ਤੈਨੂੰ ਦੇਣ ਲੱਗਾ। ਫਿਰ ਬੋਲਿਆ ਚਾਣਕੇ ਰਿਸ਼ੀ ਗੱਜ ਵੱਜ ਕੇ, ਕਹਿੰਦਾ ਮੇਰਾ ਨਾਮ ਚਾਣਕੀਆ ਹੈ। ਮੈਂ 25 ਸਾਲ ਤੱਕ ਬ੍ਰਹਮਚਰਜ ਰੱਖ ਕੇ ਵਿਦਿਆ ਪੜ੍ਹੀ ਹੈ। ਤੂੰ ਕਹਿੰਦਾ ਗਲਤ ਨਹੀਂ। ਵਿਦਿਆ ਸੰਪੂਰਨ ਕਰਕੇ ਹੁਣ ਮੈਂ ਗ੍ਰਸਥ ਆਸ਼ਰਮ ਵਿੱਚ ਪ੍ਰਵੇਸ਼ ਹੋਣ ਲਈ ਵਿਆਹ ਦੀ ਇੱਛਾ ਧਾਰ ਕੇ ਸ਼ਹਿਰ ਵੱਲ ਜਾ ਰਿਹਾ ਸੀ। ਅਚਾਨਕ ਇਸ ਦੱਬ ਨੇ ਮੇਰਾ ਪੈਰ ਜ਼ਖਮੀ ਕਰ ਦਿੱਤਾ, ਜਦੋਂ ਕਿ ਮੈਂ ਇਸ ਦੱਬ ਦਾ ਕੁਝ ਵੀ ਨਹੀਂ ਸੀ ਵਿਗਾੜਿਆ। ਹੁਣ ਮੈਂ ਨਿਸ਼ਚਾ ਹੀ ਕਰ ਲਿਆ ਕਿ ਵਿਆਹ ਦੀ ਗੱਲ ਬਾਅਦ ਵਿੱਚ ਵੇਖੀ ਜਾਵੇਗੀ। ਜਿਸ ਦੱਬ ਨੇ ਮੇਰਾ ਪੈਰ ਜ਼ਖਮੀ ਕੀਤਾ ਨਾ, ਇਸ ਨੂੰ ਜੰਮਣ ਤੋਂ ਹਟਾ ਦੇਵਾਂਗਾ, ਇਹ ਨਹੀਂ ਜੰਮੂਗੀ। ਇਸ ਲਈ ਦੀ ਜੜ੍ਹਾਂ ਵਿੱਚ ਪੁੱਟ ਕੇ ਲੱਸੀ ਪਾ ਰਿਆਂ ਤਾਂ ਕਿ ਦੱਬ ਦੇ ਬੂਟੇ ਜੜ੍ਹਾਂ ਤੋਂ ਹੀ ਸੁੱਕ ਜਾਣ, ਫੇਰ ਕਦੇ ਦੁਬਾਰਾ ਪੈਦਾ ਹੋ ਕੇ ਕਿਸੇ ਰਾਹੀ ਨੂੰ ਜ਼ਖਮੀ ਨਹੀਂ ਕਰੇਗਾ। ਵਜ਼ੀਰ ਨੇ ਦੇਖਿਆ ਕਿ ਦੱਬ ਨੂੰ ਨਾਸ ਕਰਨ ਲਈ ਮੁੜਕਾ ਸਿਰ ਤੋਂ ਪੈਰਾਂ ਤੱਕ ਨੁਚੜ ਰਿਹਾ, ਸਰੀਰ ਦੀ ਕੋਈ ਪਰਵਾਹ ਨਹੀਂ ਹੈ। ਸਕਟਾਰ ਇਹ ਕੁਝ ਵੇਖ ਕੇ ਹੈਰਾਨ ਹੋ ਰਿਹਾ ਸੀ ਵੀ ਇਹ ਸਭ ਕੁਝ ਦੇਖ ਸੁਣ ਕੇ ਇਹ ਸਕਟਾਰ ਦੇ ਮਨ ਵਿੱਚ ਇਹ ਵਿਚਾਰ ਫੁਰੇ ਕਿ ਇਹੋ ਜਿਹਾ ਜਿੱਦੀ ਬ੍ਰਾਹਮਣ, ਕੰਮ ਵਿੱਚ ਦ੍ਰਿੜਤਾ ਰੱਖਣ ਵਾਲਾ ਕਦੇ ਢੂੰਡਿਆ ਵੀ ਨਹੀਂ ਲੱਭ ਸਕਦਾ ਹੋਵੇ ਨਾ ਕਿ ਇਸ ਬ੍ਰਾਹਮਣ ਨੂੰ ਹਥਿਆਰ ਬਣਾ ਕੇ ਤੇ ਆਪਣੇ ਪਮਾਨ ਦਾ ਬਦਲਾ ਰਾਜੇ ਤੋਂ ਲੈ ਸਕਾਂ। ਇਹਨੂੰ ਹਥਿਆਰ ਦੀ ਨਹੀਂ ਵਰਤਾਂ, ਤਰੀਕਾ ਬਣਾਉਣਾ ਪਵੇਗਾ ਜਿਸ ਕਰਕੇ ਦੱਬ ਨਾਲੋਂ ਕ੍ਰੋਧਵਾਨ ਨੇ ਬ੍ਰਾਹਮਣ ਰਾਜੇ ਤੇ ਹੋ ਜਾਵੇ। ਇਹ ਰਾਜੇ ਦੀਆਂ ਜੜ੍ਹਾਂ ਪੁੱਟ ਸਕਦਾ, ਕਿਉਂਕਿ ਜੜ੍ਹਾਂ ਤਾਂ ਜੜ੍ਹਾਂ ਹੀ ਹਨ, ਭਾਵੇਂ ਦੱਬ ਦੀਆਂ ਤੇ ਭਾਵੇਂ ਕਿਸੇ ਮਨੁੱਖ ਦੀਆਂ। ਸਕਟਾਰ ਸੋਚਦਾ ਸੀ ਕਿ ਇਸ ਕਾਰਜ ਲਈ ਕੋਈ ਢੁਕਵਾਂ ਸਮਾਂ ਜਿਹੜਾ ਮਿਲੇ, ਇਤਫਾਕ ਸਰਾਧ ਦੇ ਦੇਣਾ ਕਿ ਕੁਦਰਤੀ। ਜਦੋਂ ਰਾਜੇ ਨੇ ਬ੍ਰਾਹਮਣਾਂ ਨੂੰ ਆਪਣਾ ਪਿਤਰਾਂ ਦੇ ਨਿਮਿਤ ਭੋਜਨ ਛਕਾਉਣਾ ਸੀ, ਜੋ ਬ੍ਰਾਹਮਣਾਂ ਦੇ ਲਈ ਸਤਿਕਾਰ ਨਾਲ ਆਸਨ ਵਿਛਾਏ ਗਏ, ਤਾਂ ਸਕਟਾਰ ਨੇ ਚਲਾਕੀ ਨਾਲ ਰਾਜੇ ਵੱਲੋਂ ਚਾਣਕੇ ਨੂੰ ਨਿਉਂਦਾ ਦੇ ਕੇ ਉਸ ਆਸਨ ਉੱਤੇ ਲਿਆ ਬਿਠਾਇਆ। ਆਪ ਉੱਥੋਂ ਚਲਾ ਗਿਆ, ਕਿਉਂਕਿ ਸਕਟਾਰ ਵਜ਼ੀਰ ਜਾਣਦਾ ਸੀ ਕਿ ਇਸ ਬ੍ਰਾਹਮਣ ਦਾ ਰੰਗ ਕਾਲਾ ਹੈ, ਅੱਖਾਂ ਲਾਲ ਹਨ, ਬੜਾ ਕਰੂਰ ਜਿਹਾ ਚਿਹਰਾ ਸੀ। ਉਂਝ ਗ੍ਰੰਥਾਂ ਮੁਤਾਬਕ ਦੱਸਿਆ ਜਾਂਦਾ, ਦੇਖਣ ਨੂੰ ਬੜਾ ਬਦਸੂਰਤ ਲੱਗਦਾ। ਰਾਜਾ ਦੀ ਸ਼ਕਲ ਦੇਖ ਕੇ ਇਸ ਨੂੰ ਆਸਨ ਤੋਂ ਉਠਾਉਣ ਦਾ ਅਪਮਾਨ ਜ਼ਰੂਰ ਕਰੇਗਾ। ਵਜ਼ੀਰ ਸਕਟਾਰ ਦੀ ਨੀਤੀ ਸੀ ਕਿ ਰਾਜਾ ਗੁੱਸੇ ਵਿੱਚ ਆ ਕੇ ਇਸ ਦਾ ਨਿਰਾਦਰ ਕਰੇ, ਤੇ ਚਾਣਕੀਆ ਗੁੱਸੇ ਵਿੱਚ ਆ ਕੇ ਬਦਲਾ ਲੈਂਦਿਆਂ ਇਹਦਾ ਸਰਬੰਸੀ ਨਾਸ ਕਰ ਦੇ। ਮੰਤਰੀ ਸਕਟਾਰ ਇਸ ਗੱਲ ਵਿੱਚ ਕਾਮਯਾਬ ਹੋ ਗਿਆ। ਜਦੋਂ ਰਾਜਾ ਆਪਣੇ ਮੰਤਰੀ ਰਾਖਸ਼ ਨਾਲ ਸਰਾਧ ਵਾਲੇ ਮਕਾਨ ਵਿੱਚ ਆਇਆ, ਤਾਂ ਅੱਖਾਂ ਲਾਲ, ਕਾਲਾ ਮੂੰਹ, ਬਦਸੂਰਤ ਸ਼ਕਲ, ਵਿਕਰਾਸ ਰੂਪ ਵਾਲਾ ਬ੍ਰਾਹਮਣ ਆਸਨ ਤੇ ਬੈਠਾ ਦੇਖਿਆ ਤੇ ਹੈਰਾਨ ਹੋਇਆ ਕਿ ਇਸ ਨੂੰ ਅਸੀਂ ਨਿਉਂਦਾ ਨਹੀਂ ਸਤਾ। ਇਹ ਆਪਣੇ ਆਪ ਹੀ ਸਤਿਕਾਰਯੋਗ ਬ੍ਰਾਹਮਣਾਂ ਦੇ ਆਸਣ ਉੱਤੇ ਕਿਵੇਂ ਆ ਬੈਠਾ। ਇਹ ਦੇਖ ਕੇ ਰਾਜਾ ਗੁੱਸੇ ਵਿੱਚ ਬੋਲਿਆ, ਓਏ ਨੌਕਰੋ, ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਇਹਨੂੰ ਪਕੜ ਕੇ ਆਸਣ ਤੋਂ ਉਠਾ ਦਿੱਤਾ ਜਾਏ, ਧੱਕੇ ਮਾਰ ਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਜਾਏ। ਇਹ ਕੌਣ ਆ ਕੇ ਬਹਿ ਗਿਆ? ਹੁਣ ਨੌਕਰ ਦੇ ਹੁਕਮ ਦੇ ਬੱਜੇ। ਨੌਕਰਾਂ ਨੇ ਹੁਕਮ ਮੰਨ ਲਿਆ, ਉਸੇ ਤਰ੍ਹਾਂ ਹੀ ਕੀਤਾ। ਚਾਣਕੇ ਨੇ ਕ੍ਰੋਧ ਵਿੱਚ ਆ ਕੇ ਉੱਥੇ ਖੜਿਆ ਹੀ ਆਪਣੇ ਕੇਸ ਖਿਲਾਰ ਲਏ। ਜਦੋਂ ਕੱਢਣ ਲੱਗੇ ਬਾਹਰ, ਜ਼ਰੀਲੇ ਫਨੀ ਅਰ ਸਾਪਦੀ ਨੇ ਕ੍ਰੋਧ ਵਿੱਚ ਆ ਕੇ ਗੁੱਸੇ ਦੀ ਜ਼ਹਿਰ ਘੋਲਦਿਆਂ ਸ਼ਬਦਾਂ ਦੇ ਫਰਾਟੇ ਸਭ ਦੇ ਸਾਹਮਣੇ ਸਹੁੰ ਖਾਧੀ ਇਹਨੇ।
ਚਾਣਕੇ ਨੇ ਗੱਜ ਵੱਜ ਕੇ ਪ੍ਰਤੱਗਿਆ ਕੀਤੀ, ਕਹਿੰਦਾ ਜਿੰਨੀ ਦੇਰ ਤੱਕ ਦੁਸ਼ਟ ਰਾਜ ਦਾ ਸਤਿਆਨਾਸ਼ ਨਹੀਂ ਕਰ ਦਿੰਦਾ ਮੈਂ ਆਪਣੇ ਕੇਸ ਇਕੱਠੇ ਨਹੀਂ ਕਰਾਂ। ਐਡਾ ਹਠੀਆ ਸੀ। ਕਹਿੰਦਾ ਜਿੰਨਾ ਚਿਰ ਇਹਦਾ ਸਤਿਆਨਾਸ਼ ਨਾ ਕਰ ਦਿੱਤਾ ਕੇਸ ਇਕੱਠੇ ਨਹੀਂ ਕਰਨੇ। ਇਹ ਕਹਿ ਕੇ ਰਾਜ ਮਹਿਲਾਂ ਤੋਂ ਬਾਹਰ ਚਲਾ ਗਿਆ। ਸਕਟਾਰ ਇਸ ਸਮੇਂ ਨੂੰ ਉਡੀਕ ਰਿਹਾ ਸੀ, ਰਸਤੇ ਵਿੱਚ ਆ ਹੀ ਮਿਲਿਆ। ਚਾਣਕੇ ਦੇ ਪੈਰੀ ਹੱਥ ਲਾ ਕੇ ਉਹਦੇ ਗੁੱਸੇ ਦਾ ਕਾਰਨ ਪੁੱਛਿਆ। ਚਾਣਕੇ ਨੇ ਰੋਸ ਕਰਕੇ ਕਿਹਾ ਕਿ ਤੂੰ ਮੈਨੂੰ ਸੱਦ ਲਿਆ ਗਿਆ ਸੀ। ਜਿਸ ਨੇ ਕਿਹਾ ਬ੍ਰਹਮ ਦੇਵਤਾ, ਮੈਨੂੰ ਰਾਜੇ ਨੇ ਹੁਕਮ ਕੀਤਾ ਸੀ, ਮੇਰਾ ਇਸ ਵਿੱਚ ਕੋਈ ਕਸੂਰ ਨਹੀਂ। ਇੱਕ ਸਕਟਾਰ ਕਹਿੰਦਾ ਵੀ ਬ੍ਰਹਮ ਦੇਵਤਾ, ਮੈਨੂੰ ਤੇ ਰਾਜੇ ਨੇ ਹੁਕਮ ਕੀਤਾ ਸੀ, ਮੇਰਾ ਇਸ ਵਿੱਚ ਕੋਈ ਕਸੂਰ ਨਹੀਂ। ਰਾਜਾ ਕੇਵਲ ਤੁਹਾਡੇ ਨਾਲ ਹੀ ਨਹੀਂ ਬਹੁਤ ਲੋਕਾਂ ਨਾਲ ਇਸੇ ਤਰ੍ਹਾਂ ਹੀ ਕਰਦਾ, ਪਹਿਲਾਂ ਬੁਲਾ ਕੇ ਫਿਰ ਨਰਾਦਰ ਕਰਦਾ। ਸਕਟਾਰ ਨੇ ਆਪਣੀ ਮਿਸਾਲ ਦਿੱਤੀ, ਮੈਨੂੰ ਬਿਨਾਂ ਕਸੂਰ ਤੋਂ ਪ੍ਰਧਾਨ ਮੰਤਰੀ ਤੋਂ ਹਟਾ ਕੇ ਕੈਦ ਕੀਤਾ। ਪਰਿਵਾਰ ਸਮੇਤ ਮੈਂ ਕਈ ਵਰੇ ਤੱਕ ਇਸ ਦੀ ਕੈਦ ਵਿੱਚ ਰਿਹਾ ਵਾਂ। ਫਿਰ ਉਸ ਦਾਸੀ ਦੀ ਸਹਾਇਤਾ ਨਾਲ ਮੈਂ ਕੈਦ ਵਿੱਚੋਂ ਬਾਹਰ ਨਿਕਲਿਆ, ਵਿਚਖਣਾ ਦਾਸੀ ਦੀ ਮਦਦ ਦੇ ਨਾਲ, ਜਿਸ ਨੂੰ ਬਿਨਾਂ ਕਸੂਰ ਤੋਂ ਇਸਨੇ ਕੈਦ ਕੀਤਾ ਸੀ। ਭਾਵ ਮੈਂ ਵੀ ਬੇਕਸੂਰ, ਉਹ ਵੀ ਬੇਕਸੂਰ। ਉਹ ਵੀ ਮੇਰੀ ਸਹਾਇਤਾ ਨਾਲ ਛੁੱਟੀ ਸੀ ਤੇ ਮੈਂ ਉਹਦੀ ਸਹਾਇਤਾ ਨਾਲ ਕੈਦ ਚੋਂ ਛੁੱਟਿਆ। ਹੁਣ ਦਾਸੀ ਵਿਚਖਣਾ ਵੀ ਬਹੁਤ ਡਰ ਕੇ ਸਮਾਂ ਕੱਢ ਰਹੀ ਹੈ ਤੇ ਮੈਂ ਵੀ, ਭਾਵੇਂ ਮੈਨੂੰ ਬਾਅਦ ਬਰੀ ਕਰ ਦਿੱਤਾ, ਮੈਂ ਬੇਕਸੂਰ ਸੀ। ਮੈਨੂੰ ਦੋ ਗੱਲਾਂ ਦਾ ਦੁੱਖ ਹੈ, ਇੱਕ ਬਿਨਾਂ ਕਸੂਰ ਤੋਂ ਜੇਲ੍ਹ ਵਿੱਚ ਜਾਣਾ, ਦੂਜਾ ਵੱਡੇ ਰੁਤਬੇ ਤੋਂ ਛੋਟਾ ਰੁਤਬਾ ਕਰ ਦੇਣਾ, ਛੋਟਾ ਮੰਤਰੀ ਬਣਾ ਦਿੱਤਾ ਮੈਨੂੰ। ਫਿਰ ਵਜ਼ੀਰ ਨੇ ਕਿਹਾ ਕਿ ਮੈਂ ਵੀ ਉਸੇ ਸਮੇਂ ਦੀ ਉਡੀਕ ਵਿੱਚ ਹਾਂ ਜਦੋਂ ਮੈਂ ਵੀ ਆਪਣੇ ਅਪਮਾਨ ਦਾ, ਆਪਣੇ ਨਰਾਦਰ ਦਾ ਬਦਲਾ ਲੈ ਸਕਾਂ। ਮੈਂ ਵੀ ਉਡੀਕ ਰਿਹਾ ਹਾਂ। ਚਾਣਕੇ ਨੇ ਆਖਿਆ, ਨੀਤੀ ਦੇ ਅਨੁਸਾਰ ਦੁਸ਼ਮਣ ਮਾਰਨ ਲਈ ਪਹਿਲਾਂ ਦੁਸ਼ਮਣ ਦਾ ਭੇਤ ਹੋਣਾ ਜ਼ਰੂਰੀ ਹੈ। ਸਾਮ ਦਾਮਵਾਰ ਡੰਡ ਤੂੰ ਹੀ ਭੇਦ ਉਪਾਓ। ਆਪਾਂ ਤਿੰਨੋਂ ਮਿਲ ਕੇ ਕੰਮ ਬੜਾ ਸੌਖਾ ਕਰ ਸਕਦੇ ਹਾਂ। ਭਾਵੇਂ ਵਜ਼ੀਰ ਹੋਣ ਦੇ ਨਾਤੇ ਤੂੰ ਵੀ ਮਹਿਲਾ ਦਾ ਭੇਤੀ ਹੈ, ਪਰ ਵਿਚਖਣਾ ਨਾਂ ਦੀ ਦਾਸੀ ਜੋ ਹਰ ਸਮੇਂ ਮਹਿਲ ਵਿੱਚ ਰਹਿੰਦੀ ਹੈ, ਉਹ ਤੇਰੇ ਤੋਂ ਵੀ ਜ਼ਿਆਦਾ ਭੇਤੀ ਹੈ। ਫਿਰ ਚਾਣਕੇ ਨੇ ਸਕਟਾਰ ਨੂੰ ਜੋ ਵਿਉਂਤ ਦੱਸੀ ਸੀ, ਉਸਨੇ ਵਿਚਖਣਾ ਦਾਸੀ ਨੂੰ ਨਾਲ ਲਾਲੇ ਦੱਸ ਕੇ ਇੱਕ ਦੋ ਹੋਰ ਵਫਾਦਾਰ ਰਲਾ ਕੇ ਪ੍ਰਾਣ ਲਿਆ। ਜੋ ਅਸੀਂ ਕਰਨ ਜਾ ਰਹੇ ਹਾਂ ਕਿਸੇ ਨੇ ਉਸ ਦੀ ਭਿਣਕ ਨਹੀਂ ਪੈਣ ਦੇਣੀ, ਕਿਉਂਕਿ ਪਤਾ ਲੱਗਣ ਤੇ ਕੰਮ ਕਦੇ ਸਿਰੇ ਨਹੀਂ ਚਾੜਿਆ ਜਾ ਸਕਦਾ। ਇਉਂ ਅਪਮਾਨਿਤ ਵਿਅਕਤੀਆਂ ਦਾ ਜੋ ਰਾਜੇ ਤੋਂ ਤੰਗ ਸਨ, ਉਹਨਾਂ ਦਾ ਵਾਧਾ ਹੁੰਦਾ ਗਿਆ। ਚਾਣਕੇ ਦਾ ਰਾਜੇ ਨੂੰ ਖਤਮ ਕਰਨ ਦਾ ਇਹ ਪਹਿਲਾ ਕਦਮ ਸੀ। ਮਹਾਪਦਮ ਰਾਜੇ ਦੇ ਪੁੱਤਰਾਂ ਦੀ ਗਿਣਤੀ 9 ਹੈ। ਮਹਾਪਦਮ ਜਿਹੜਾ ਰਾਜਾ ਸੀ ਨਾ, ਇਹਦੇ ਪੁੱਤਰਾਂ ਦੀ ਗਿਣਤੀ 9 ਹੈ, ਜਿਨ੍ਹਾਂ ਵਿੱਚ 8 ਵਿਆਹੀ ਹੋਈ ਰਾਣੀ ਦੀ ਕੁੱਖੋਂ ਪੈਦਾ ਹੋਏ। ਇੱਕ ਪੁੱਤਰ ਜੋ ਇਹਨਾਂ 8 ਤੋਂ ਪਹਿਲਾਂ ਪੈਦਾ ਹੋਇਆ ਸੀ, ਜੋ ਮੋਰਾ ਨਾਮ ਦੀ ਨੈਣ ਦਾਸੀ ਦੀ ਕੁੱਖੋਂ ਸੀ। ਮੋਰਾ ਨਾਮ ਦੀ ਨੈਣ ਸੀ ਦਾਸੀ, ਉਹਦੀ ਕੁੱਖੋਂ ਹੋਇਆ ਸੀ, ਤੇ 8 ਵਿਆਹੀ ਰਾਣੀ ਦੀ ਕੁੱਖੋਂ ਹੋਏ ਸੀ। ਰਾਜਾ ਇਸ ਦੀ ਸੁੰਦਰਤਾ ਤੇ ਲੁਭਾਇਮਾਨ ਹੋ ਕੇ ਰਾਣੀ ਨੂੰ ਛੱਡ ਕੇ ਦਾਸੀ ਨਾਲ ਗ੍ਰਸਤ ਕਰਦਾ ਰਿਹਾ। ਇਸ ਕਰਕੇ ਮੋਰਾ ਨਾਮ ਦੀ ਦਾਸੀ ਤੋਂ ਪੁੱਤਰ ਨੇ ਜਨਮ ਲਿਆ, ਜੋ ਵਿਆਹੀ ਹੋਈ ਰਾਣੀ ਦੇ 8 ਪੁੱਤਰਾਂ ਤੋਂ ਪਹਿਲਾਂ ਹੋਣ ਕਰਕੇ ਵੱਡਾ ਪੁੱਤਰ ਸੀ। ਹੁਣ ਰਾਜ ਦਾ ਹੱਕ ਤਾਂ ਜੇਠੇ ਪੁੱਤਰ ਦਾ ਹੀ ਹੁੰਦਾ, ਪਰ ਦਾਸੀ ਦੀ ਕੁੱਖੋਂ ਪੈਦਾ ਹੋਣ ਕਰਕੇ ਇਸ ਦੇ ਨਾਲ ਇਸ ਦੇ 8 ਛੋਟੇ ਭਰਾ ਜਿਹੜੇ ਮਹਾਰਾਣੀ ਤੋਂ ਪੈਦਾ ਹੋਏ ਸੀ, ਇਹ 8 ਪੁੱਤਰ ਜਿਹੜੇ ਜੰਮੇ ਸਨ ਬੜੀ ਨਫ਼ਰਤ ਕਰਨ ਲੱਗੇ ਵੀ ਦਾਸੀ ਪੁੱਤਰ ਆਏ। ਇੱਥੋਂ ਤੱਕ ਕਿ ਰਾਜਾ ਵੀ ਇਸ ਨਾਲ ਨਫ਼ਰਤ ਕਰਨ ਲੱਗ ਪਿਆ। ਇਸ ਵੱਡੇ ਪੁੱਤਰ ਦਾ ਨਾਮ ਸੀ ਚੰਦਰਗੁਪਤ ਮੌਰੀਆ। ਉਹ ਮਾਤਾ ਮੌ ਸੀ ਨਾ, ਮੌਰਾ, ਉਹਦੇ ਤੋਂ ਪੈਦਾ ਹੋਣ ਕਰਕੇ ਨਾਮ ਮੌਰੀਆ ਪਿਆ ਦਾ।
ਨਾਮ ਜਿਸ ਚੰਦਰਗੁਪਤ ਦਾਸੀ ਦੇ ਪੁੱਤਰ ਦਾ। ਮਾਂ ਦੇ ਜਿਹੜਾ ਅੱਧੇ ਨਾਮ ਨਾਲ ਇਹਦਾ ਪੁੱਤਰ ਦਾ ਨਾਮ ਚੰਦਰਗੁਪਤ ਮੌਰੀਆ ਪ੍ਰਸਿੱਧ ਹੋਇਆ। ਤਾਂ ਮਾਂ ਦਾ ਨਾਲ ਲਾਇਆ ਫਿਰ ਇਹਨੇ। ਇਹ ਬਹੁਤ ਹੀ ਅਕਲ ਵਾਲਾ ਸੀ, ਬੜਾ ਸਿਆਣਾ, ਚਤਰ, ਚਲਾਕ। ਮਹਾਰਾਣੀ ਦੇ ਇਸ ਦੇ ਛੋਟੇ ਭਰਾਵਾਂ ਨੇ ਝੂਠ ਬੋਲ ਕੇ ਨਾ ਇਸ ਨੂੰ ਰਾਜੇ ਤੋਂ ਦੇਸ਼ ਨਿਕਾਲਾ ਦਵਾ ਦਿੱਤਾ। ਚੰਦਰਗੁਪਤ ਮੌਰੀਆ ਵੱਡਾ ਹੋਣ ਕਰਕੇ ਆਪਣੇ ਆਪ ਨੂੰ ਰਾਜ ਦਾ ਹੱਕਦਾਰ ਮੰਨਦਾ ਸੀ, ਪਰ ਵਿਚਾਰਾ ਬੇਵਸ ਹੋ ਕੇ ਵਿਦੇਸ਼ ਵਿੱਚ ਧੱਕੇ ਖਾ ਰਿਹਾ। ਇਸ ਦੇ ਦਿਮਾਗ ਵਿੱਚ ਰਾਜ ਲੈਣ ਦੀ ਇੱਛਾ ਇਹਨੂੰ ਟਿਕਣ ਨਹੀਂ ਸੀ ਦਿੰਦੀ, ਚੈਨ ਨਹੀਂ ਸੀ ਆਉਣ ਦਿੰਦੀ। ਰਾਤ ਦਿਨ ਸੋਚਦਾ ਰਹਿੰਦਾ ਵਿਚਾਰਾ, ਕਿੱਦਣ ਮੈਨੂੰ ਰਾਜ ਮਿਲੂ। ਚੰਦਰਗੁਪਤ ਮੌਰੀਆ ਦੀ ਇਹ ਜਿਹੜੀ ਸਾਰੀ ਵਾਰਤਾ ਦਾ ਪਤਾ ਚਾਣਕੇ ਰਿਸ਼ੀ ਨੂੰ ਸਿਕਟਾਰ ਨੇ ਦੱਸਿਆ, ਤੇ ਉਤੋਂ ਪਤਾ ਲੱਗਾ ਵੀ ਇਹਨੇ ਪੁੱਤਰ ਨਾਲ ਵੀ ਇਹੋ ਜਿਹਾ ਕੀਤਾ। ਪਹਿਲਾਂ ਦੀ ਮਾਂ ਨਾਲ ਸੰਬੰਧ ਕਰਦਾ ਰਿਹਾ, ਉਹ ਜਨਮ ਲੈ ਲਿਆ ਤੇ ਹੁਣ ਉਹਨਾਂ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ, ਦੇਸ਼ ਨਿਕਾਲਾ ਦਿੱਤਾ ਦੂਜਿਆਂ ਦੇ ਹਿੜਕੇ ਚੜ ਕੇ। ਚਾਣਕੇ ਨੇ ਸਿਕਟਾਰ ਮੰਤਰੀ ਨੂੰ ਚੰਦਰਗੁਪਤ ਮੌਰੀਆ ਕੋਲ ਗੱਲਬਾਤ ਕਰਨ ਲਈ ਭੇਜਿਆ। ਸਿਕਟਾਰ ਨੇ ਜਦ ਚੰਦਰਗੁਪਤ ਮੌਰੀਆ ਨਾਲ ਇਸ ਵਿਸ਼ੇ ਤੇ ਗੱਲਬਾਤ ਕੀਤੀ ਤਾਂ ਉਸਨੇ ਧਨ ਭਾਗ ਸਮਝੇ ਆਪਣੀ ਕਿਸਮਤ ਦਾ ਦਰਵਾਜ਼ਾ ਖੋਲ੍ਹਦਾ ਨੂੰ ਨਜ਼ਰ ਆਇਆ। ਵਿਚਖਣਾ ਦਾਸੀ ਪਹਿਲਾਂ ਹੀ ਇਹਨਾਂ ਨਾਲ ਰਲ ਚੁੱਕੀ ਸੀ। ਇਉਂ ਅਪਮਾਨਿਤ ਵਿਅਕਤੀਆਂ ਦੀ ਇਕੱਤਰਤਾ ਰਾਜੇ ਨੂੰ ਨਸ਼ਟ ਕਰਨ ਲਈ ਸ਼ਕਤੀਸ਼ਾਲੀ ਸਾਬਤ ਹੋਈ। ਗਰੋਪੀ ਬਣ ਗਿਆ ਵੱਡਾ। ਸਿਕਟਾਰ ਮੰਤਰੀ, ਵਿਚਖਣਾ ਦਾਸੀ, ਚੰਦਰਗੁਪਤ ਮੌਰੀਆ ਅਤੇ ਚਾਣਕੇ ਆਪਣੇ ਆਪਣੇ ਬਦਲੇ ਲਈ ਚਟਾਨ ਵਾਂਗੂ ਡਟ ਗਏ। ਇਸ ਦੀ ਵਿਉਂਤ ਚਾਣਕੇ ਬਣਾ ਰਿਹਾ ਸੀ, ਅੱਗੇ ਲੱਗ ਕੇ ਸਰਮੌਰ ਬਣ ਕੇ। ਚੰਦਰਗੁਪਤ ਮੌਰੀਆ ਨੂੰ ਕਿਹਾ ਕਿ ਰਾਜਗਦੀ ਦਾ ਹੱਕ ਤੈਨੂੰ ਦਵਾ ਕੇ ਰਹਾਂਗਾ, ਮੈਂ ਅਪਮਾਨ ਦਾ ਬਦਲਾ ਲੈ ਲਵਾਂਗਾ। ਇਹਨਾਂ ਨੇ ਇਕੱਠੇ ਹੋ ਕੇ ਇਸ ਵਾਰਤਾ ਨੂੰ ਗੁਪਤ ਰੱਖਣ ਦੀ ਸਹੁੰ ਖਾਧੀ। ਚਾਣਕੇ ਨੇ ਜਿਵੇਂ ਕੰਨ ਲਈ ਅਤੇ ਜੋ ਕਰਨ ਲਈ ਕਿਹਾ, ਇਹ ਉਸਦੇ ਆਗਿਆਕਾਰ ਬਣ ਕੇ ਕਰਦੇ ਰਹੇ। ਚਾਣਕੇ ਨੇ ਇੱਕ ਦਿਨ ਆਪਣੀ ਕੁਟੀਆ ਵਿੱਚ ਜ਼ਹਿਰ ਵਾਲੇ ਜਿਹੇ ਭੋਜਨ ਤਿਆਰ ਕਰਵਾਏ ਜੋ ਕੋਈ ਸ਼ੱਕੀ ਪੁਰਸ਼ ਵੀ ਪਛਾਣ ਨਾ ਸਕਿਆ। ਵਿਚਖਣਾ ਦਾਸੀ ਸਾਰੇ ਪਰਿਵਾਰ ਨੂੰ ਖਾਣਾ ਖਵਾਇਆ ਕਰਦੀ ਸੀ। ਰਾਜੇ ਸਮੇਤ ਉਸਦੇ 8 ਪੁੱਤਰਾਂ ਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਖਵਾ ਦਿੱਤਾ। ਰਾਜੇ ਦੇ 8 ਪੁੱਤਰ, ਰਾਜਾ ਤੇ ਰਾਣੀ, ਇਹਨਾਂ ਦਾ ਇੱਕ ਦਿਨ ਵਿੱਚ ਹੀ ਚਾਣਕੇ ਨੀਤੀ ਅਨੁਸਾਰ ਸਫਾਇਆ ਕਰ ਦਿੱਤਾ। ਕੁਝ ਲੇਖਕਾਂ ਨੇ ਲਿਖਿਆ ਕਿ ਏਦਾਂ ਸਫਾਇਆ ਦਾ ਕਰ ਦਿੱਤਾ ਸੀ। ਕੁਝ ਲੇਖਕਾਂ ਨੇ ਇਹ ਲਿਖਿਆ ਵਾ ਵੀ ਚਾਣਕੇ ਨੇ ਤਲਵਾਰ ਨਾਲ ਮਹਾਨੰਦ ਦਾ ਸਿਰ ਵੱਢਿਆ। ਜਿਹਦਾ ਨਾਮ ਸੀ ਨਾ ਪਦਮਨੰਦ, ਇਹਦਾ ਨਾਮ ਦੂਜਾ ਸੀ ਮਹਾਨੰਦ। ਕਈਆਂ ਨੇ ਤੇ ਇਹ ਲਿਖਿਆ ਵੀ ਚਾਣਕੇ ਨੇ ਸਿਰ ਵੱਢਿਆ, ਪਰ ਉਹ ਨੀਤੀ ਅਨੁਸਾਰ ਜ਼ਹਿਰ ਮਿਲਾ ਕੇ ਸਫਾਇਆ ਕਰ ਦਿੱਤਾ। ਦੋਵੇਂ ਗੱਲਾਂ ਹੀ ਸਮਝ ਸਕਦੇ। ਨੀਤੀ ਦਾ ਸਹੀ ਰਹਿਣਾ, ਜਿਵੇਂ ਜ਼ਹਿਰ ਵਾਲੀ ਗੱਲ ਹੀ ਸਹੀ ਆ ਉਂਝ ਮੁੱਖ ਰੂਪ ਵਿੱਚ। ਤੇ ਫਿਰ ਉਹਦੇ ਪੁੱਤਰਾਂ ਦਾ ਕਤਲ ਕੀਤਾ ਹੈ। ਕਈਆਂ ਦਾ ਲਿਖਣਾ ਇਹ ਆ ਵੀ ਪਹਿਲਾਂ ਦੇ ਪਿਓ ਦਾ ਸਿਰ ਵੱਢਿਆ, ਪੁੱਤਰਾਂ ਦਾ ਫਿਰ ਕਤਲ ਕੀਤਾ। ਇਹਨਾਂ ਜਿਹੜੀ ਦੋਵਾਂ ਗੱਲਾਂ 'ਚ ਜ਼ਹਿਰ ਵਾਲੀ ਗੱਲ ਸਹੀ ਆ, ਉਹ ਸੌਖੀ ਆ। ਸਿਰ ਵੱਢਣੇ ਕਿਤੇ ਸੌਖੇ ਪਏ ਸੀ ਰਾਜੇ ਦੇ ਪੁੱਤਰਾਂ ਦੇ, ਉਹਦੇ ਬੜਾ ਚਿਰ ਲੱਗ ਜਾਣਾ। ਉਹਦੇ ਨਾਲ ਛੇਤੀ ਸਫਾਇਆ ਹੋਣਾ, ਜ਼ਹਿਰ ਮਿਲਾ ਕੇ ਦੇਣਾ ਇੱਕ ਦਿਨ ਸੀ। ਕਿਉਂਕਿ ਚਾਣਕੇ ਨੀਤੀ ਕੋਲ ਤਲਵਾਰ ਸੀ, ਨੀਤੀ ਦੀ ਤਲਵਾਰ ਨਾਲ ਇਹਨਾਂ ਨੂੰ ਮਾਰਿਆ।
ਜਦੋਂ ਇਹ ਸਾਰਾ ਕੁਝ ਵਾਪਰ ਗਿਆ ਤਾਂ ਸਿਕਟਾਰ ਮੰਤਰੀ ਦੇ ਅੰਦਰ ਜਹਾ ਵਿਰਾਗ ਪੈਦਾ ਹੋਇਆ ਕਿ ਬਹੁਤ ਵੱਡਾ ਪਾਪ ਹੋਇਆ ਹੈ। ਜਿਸ ਰਾਜੇ ਦਾ ਮੰਤਰੀ ਸੀ ਉਸ ਨੂੰ ਮਰਵਾ ਦਿੱਤਾ ਮਨਾ। ਇਸ ਪਾਪ ਦਾ ਮੈਂ ਵੀ ਬਰਾਬਰ ਦਾ ਹਿੱਸੇਦਾਰ ਹਾਂ। ਇਸ ਨੇ ਸਭ ਕੁਝ ਛੱਡ ਕੇ ਦੁੱਖ ਪਾਪ ਦੀ ਨਿਵਰਤੀ ਲਈ ਪ੍ਰਾਚਿਤ ਕਰਨ ਦਾ ਰਾਹ ਫੜਿਆ। ਖਾਣਾ ਪੀਣਾ ਛੱਡ ਦਿੱਤਾ, ਜਪ ਤਪ ਕਰਦੇ ਹੋਏ ਨੇ ਇਹਨੇ ਵੀ ਪ੍ਰਾਣ ਹੀ ਛੱਡ ਦਿੱਤੇ। ਸਕਟਾਰ ਮੰਤਰੀ ਜਿੰਨਾ ਜਿਹੜਾ ਨਾਲ ਰਲਿਆ ਸੀ ਨਾ ਚਾਣਕੇ ਰਿਸ਼ੀ ਨਾਲ, ਉਹਨੂੰ ਤਾਂ ਵਿਰਾਗ ਹੋ ਗਿਆ ਵਿਚਾਰੇ ਨੂੰ। ਖਾਣ ਪੀਣਾ ਛੱਡ ਕੇ ਜਪ ਤਪ ਕਰਨ ਲੱਗਾ, ਆਪਣਾ ਪ੍ਰਾਚਿਤ ਕਰਨ ਵਾਸਤੇ ਪਾਪ ਨੂੰ ਤੇ ਪ੍ਰਾਣ ਛੱਡ ਦਿੱਤੇ। ਫਿਰ ਵੀ ਚਲੋ ਮਾਲਕ ਤੇ ਮਾਲਕ ਹੀ ਹੁੰਦਾ ਹੈ ਨਾ। ਹੁਣ ਚਾਣਕੇ ਤੇ ਚੰਦਰਗੁਪਤ ਮੌਰੀਆ ਦੋਨੋਂ ਹੀ ਰਹਿ ਗਏ, ਕਿਉਂਕਿ ਦਾਸੀ ਆਪਣਾ ਜ਼ਹਿਰ ਦੇਣ ਵਾਲਾ ਕੰਮ ਕਰ ਚੁੱਕੀ ਸੀ। ਸਕਟਾਰ ਆਪਣਾ ਕੰਮ ਕਰਕੇ ਤਪੱਸਿਆ ਦੁਆਰਾ ਪ੍ਰਾਣ ਤੇ ਆ ਗਿਆ। ਹੁਣ ਵੱਡੀ ਚੁਣੌਤੀ ਇਹਨਾਂ ਸਾਹਮਣੇ ਇਹ ਸੀ ਕਿ ਜਿਹੜਾ ਪਦਮਨੰਦ ਜਾਂ ਮਹਾਨੰਦ ਦਾ ਮੁੱਖ ਮੰਤਰੀ ਰਾਖਸ਼ ਸੀ, ਉਸ ਨੇ ਆਪਣੀ ਨੀਤੀ ਚਲਾ ਦਿੱਤੀ। ਹੁਣ ਮਹਾਨੰਦ ਪਦਮਨੰਦ, ਮਹਾਨੰਦ ਕਹਿ ਲਓ ਪਦਮਨੰਦ ਕਹਿ ਲਓ, ਕੀ ਗੱਲ ਹੈ, ਦੋ ਨਾਮ ਹੈ ਇੱਕੋ ਹੀ ਰਾਜੇ ਦੇ। ਉਹਦਾ ਪੁੱਤਰ ਤਾਂ ਕੋਈ ਜਿਉਂਦਾ ਨਹੀਂ ਸੀ ਰਿਹਾ। ਮੁੱਖ ਮੰਤਰੀ ਰਾਖਸ਼ ਜੋ ਬ੍ਰਾਹਮਣ ਜਾਤੀ ਦਾ ਸੀ, ਪਿੱਛੇ ਆਪਾਂ ਪੜਿਆ ਨਾ ਬ੍ਰਾਹਮਣ ਜਾਤੀ ਦਾ ਸੀ, ਤੇ ਉਸਨੇ ਆਪਣੀ ਨੀਤੀ ਚਲਾ ਦਿੱਤੀ। ਮੁੱਖ ਮੰਤਰੀ ਰਾਖਸ਼ ਨੇ ਆਪਣੀ ਨੀਤੀ ਦਾ ਬਾਣ ਚਲਾ ਦਿੱਤਾ ਤਗੜਾ ਹੀ। ਰਾਜਾ ਜਿਹੜਾ ਮਹਾਨੰਦ ਦਾ ਭਰਾ ਸੀ ਨਾ ਸਵਾਰਥ, ਰਾਜਾ ਮਹਾਨੰਦ ਦੇ ਭਰਾ ਸਵਾਰਥ ਸਿੱਧ ਨੂੰ ਇਸ ਸਲਤਨਤ ਦਾ ਬਾਦਸ਼ਾਹ ਬਣਾ ਦਿੱਤਾ। ਉਹਦਾ ਭਰਾ ਸੀ ਸਵਾਰਥ ਸਿੱਧ। ਇੱਥੇ ਇੱਕ ਵਾਰੀ ਚਾਣਕੇ ਦੀ ਹਾਰ ਹੋ ਗਈ ਕਿ ਉਹ ਚੰਦਰਗੁਪਤ ਮੌਰੀਆ ਨੂੰ ਰਾਜਾ ਨਾ ਬਣਾ ਸਕਿਆ। ਪਰ ਚਾਣਕੇ ਨੀਤੀ ਵਿੱਚ ਐਸਾ ਹੀ ਕਥਨ ਹੈ, ਕਹਾਂ ਸ਼ਤਰੂ ਪੈ ਚਤਰ ਕੋ ਜਾਮੈ ਲੱਖ ਉਪਾਏ। ਕੀ ਸਿਆਣਪ, ਕੀ ਡਰ, ਕੀ ਸ਼ਤਰੂਪਣਾ ਜਿਸ ਵਿੱਚ ਲੱਖਾਂ ਉਪਾਏ ਆ, ਉਹਦੇ ਬਾਅਦ ਤੇ ਕੀ ਸ਼ਤਰੂ ਦਾ ਭੈ, ਕੀ ਕੋਈ ਸਿਆਣਾ ਉਹਦੇ ਕਿ ਕੋਈ ਸਿਆਣਾ ਨਹੀਂ। ਜਿਹੜਾ ਬੁੱਧੀਵਾਨ ਆ ਨਾ, ਜਿਹਨੂੰ ਲੱਖਾਂ ਉਪਾਏ ਹੁੰਦੇ ਆ, ਉਹ ਬੁੱਧੀਵਾਨ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ। ਉਸ ਕੋਲ ਲੱਖਾਂ ਯਤਨ ਹੁੰਦੇ ਆ ਆਪਣਾ ਜਿੱਤ ਕਰ ਲਈ। ਚਾਣਕੇ ਨੇ ਹਾਰ ਕੇ ਵੀ ਹਾਰ ਨਹੀਂ ਮੰਨੀ। ਰਾਜਾ ਚਾਣਕੇ ਵੀ ਹੁਣ ਇੰਨਾ ਜਿੱਦੀ, ਜਿਹੜਾ ਦੱਬ ਨੂੰ ਪੁੱਟਣ ਲੱਗਿਆ ਨਹੀਂ ਹਟਣ ਡਿਆ ਸੀ, ਮੁੜਕੋ ਮੁੜਕੀ ਹੋਇਆ ਫਟਦਾ ਰਾਜ ਭਾਗ ਲੜਨ ਤੋਂ। ਚਾਣਕੇ ਨੇ ਹਾਰ ਕੇ ਵੀ ਹਾਰ ਨਹੀਂ ਮੰਨੀ। ਰਾਜ ਪ੍ਰਾਪਤ ਕਰਨ ਦੇ ਲਈ ਨੀਤੀ ਦਾ ਨਵਾਂ ਬਾਣ ਤਿਆਰ ਕਰ ਲੱਗਾ ਏ। ਚਾਣਕੇ ਦਾ ਇੱਕ ਮਿੱਤਰ ਸੀ ਜਿਸ ਦਾ ਨਾਮ ਇਤਿਹਾਸ ਵਿੱਚ ਜੀਵ ਸਿੱਧ ਲਿਖਿਆ। ਜੀਵ ਸਿੱਧ ਨੂੰ ਖੁਫੀਆ ਭੇਸ ਵਿੱਚ ਰਾਖਸ਼ ਪਾ ਛੱਡ ਕੇ ਤੇ ਹੋਰ ਵਿਦੇਸ਼ੀ ਰਾਜਾਂ ਕੋਲ ਮਦਦ ਲੈਣ ਲਈ ਚਲਿਆ ਗਿਆ ਏ। ਅਫਗਾਨਿਸਤਾਨ ਦੇ ਉੱਤਰੀ ਇਲਾਕੇ ਵਿੱਚ ਇੱਕ ਰਾਜਾ ਸੀ ਜਿਸ ਦਾ ਨਾਮ ਸੀ ਪਰਵਰਤਕ। ਉਹ ਪਰਵਰਤਕ ਨਾਮ ਲਿਖਿਆ ਉਹਦਾ। ਮਗਧ ਦੇਸ਼ ਦਾ ਅੱਧਾ ਰਾਜ ਦੇਣ ਦਾ ਇਕਰਾਰ ਕਰਕੇ ਮਗਧ ਦੇਸ਼ ਦੀ ਰਾਜਧਾਨੀ ਪਾਟਲੀਪੁੱਤਰ ਵੀ ਉਹਨੂੰ ਕਿਹਾ ਵੀ ਮਗਧ ਦੇਸ਼ ਦਾ ਅੱਧਾ ਰਾਜ ਤੈਨੂੰ ਦੇ ਦਿਆਂਗਾ। ਇਹ ਵਾਅਦਾ ਜਿਹਾ ਕਰਕੇ ਨਾ ਮਗਧ ਦੇਸ਼ ਦੀ ਜਿਹੜੀ ਰਾਜਧਾਨੀ ਪਾਟਲੀਪੁੱਤਰ ਭਾਵ ਪਟਨਾ ਸਾਹਿਬ ਜਿਹਨੂੰ ਕਿਹਾ ਜਾਂਦਾ, ਇਹਦੇ ਉੱਪਰ ਚੜ੍ਹਾਈ ਕਰਨ ਵੇਲੇ ਆਪਣੀ ਮਜਬੂਰੀ ਲਈ ਹੋਰ 5 ਅਫਗਾਨੀ ਰਾਜਿਆਂ ਨੂੰ ਆਪਣੇ ਨਾਲ ਹੀ ਚੜਾ ਲਿਆਇਆ। ਐਡਾ ਵਸਾਦ ਖੜਾ ਕੀਤਾ, ਵੇਖੋ ਠਾਉਣ ਦਾ ਹੀ ਆਸਨ ਤੋਂ। ਜਿਦੀਆ ਸੀ ਨਾ, ਜਿਦੀਆ ਸੀ। ਨੇੜੇ ਪਹੁੰਚ ਕੇ ਜੰਗ ਕਰਨ ਦੀ ਐਸੀ ਨੀਤੀ ਬਣਾਈ ਕਿ ਰਾਜੇ ਸਵਾਰਥ ਸਿੱਧ ਤੇ ਉਸਦੇ ਮੰਤਰੀ ਰਾਖਸ਼ ਨੂੰ ਤੇ ਇਹਨਾਂ ਦੇ ਗੁਪਤਚਰਾਂ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ ਕਿ ਕੋਈ ਦੁਸ਼ਮਣ ਚੜ ਕੇ ਆ ਰਿਹਾ। ਪਤਾ ਹੀ ਉਦੋਂ ਚੱਲਿਆ ਕਿ ਜਦੋਂ ਰਾਜਧਾਨੀ ਪੂਰੇ ਘੇਰੇ ਵਿੱਚ ਆ ਗਈ
ਇਹ ਘੇਰਾਬੰਦੀ ਦੀ ਵਿਉਂਤ ਸਾਰੀ ਚਾਣਕੇ ਨੇ ਬਣਾਈ ਸੀ। ਹੁਣ 6 ਰਾਜਿਆਂ ਦੀ ਫੌਜ ਜੋ ਬੜੀ ਮਜ਼ਬੂਤ ਸੀ, ਉਸ ਫੌਜ ਨੇ ਬਾਹਰ ਤੋਂ ਕੋਈ ਅੰਦਰ ਨਹੀਂ ਜਾਣ ਦਿੱਤਾ ਤੇ ਅੰਦਰ ਤੋਂ ਕੋਈ ਬਾਹਰ ਨਹੀਂ ਜਾਣ ਦਿੱਤਾ। ਸਵਾਰਥ ਸਿੱਧ ਇਸ ਗੱਲੋਂ ਹੈਰਾਨ ਸੀ, ਪਦਮਨੰਦ ਦਾ ਭਰਾ, ਵੀ ਮੇਰਾ ਰਾਜ ਖੋਹਣ ਲਈ ਨਹੀਂ ਮਜ਼ਬੂਤੀ ਨਾਲ ਕੌਣ ਚੜ ਕੇ ਆ ਗਿਆ, ਸਾਨੂੰ ਤੇ ਪਤਾ ਵੀ ਨਹੀਂ। ਸਾਰੇ ਰਸਤੇ ਬੰਦ ਦੇ ਕੇ ਮਗਧ ਦੇਸ਼ ਦੇ ਰਾਜੇ ਨੇ ਜੰਗ ਦਾ ਰਸਤਾ ਬਣਾਇਆ। ਫੌਜਾਂ ਸ਼ਸਤਰ ਲੈ ਕੇ ਆਮੋ ਸਾਹਮਣੇ ਹੋਈਆਂ। 15 ਦਿਨ ਭਿਆਨਕ ਯੁੱਧ ਹੁੰਦਾ ਰਿਹਾ ਦੋਵਾਂ ਜੰਗਾਂ। 6 ਰਾਜੇ ਇੱਧਰੋਂ ਚਾਣਕੇ ਨੀਤੀ ਹੁਣ ਚੰਦਰਗੁਪਤਾ ਮੌਰੀਆ ਸਾਰੇ ਹੀ ਮਿਲ ਮੁਲਕੇ, ਉਧਰ ਸਵਾਰਥ ਸਿੱਧ। 15 ਦਿਨ ਯੁੱਧ ਹੁੰਦਾ ਰਿਹਾ। ਚੜ ਕੇ ਆਉਣ ਵਾਲਿਆਂ ਕੋਲ ਕੋਈ ਕਿਲਾ ਨਾ ਹੋਣ ਕਰਕੇ ਮੁਸ਼ਕਲ ਦਾ ਸਾਹਮਣਾ ਕਰਨ ਪਿਆ ਉਹਨਾਂ ਨੂੰ, ਜਿਹੜੇ ਆਏ ਸੀ ਲੜਨ ਲਈ। ਨਗਰਾਂ ਦਾ ਪ੍ਰਵੇਸ਼ ਕਰਨ ਲਈ ਗੁਪਤ ਰਸਤਿਆਂ ਤੇ ਜਾਣਾ ਸੀ। ਜੀਵ ਸਿੱਧ ਨੇ ਚਾਣਕੇ ਨੂੰ ਸਾਰਾ ਭੇਤ ਪਹਿਲਾਂ ਹੀ ਦੱਸ ਦਿੱਤਾ ਸੀ। ਜੋ ਮੈਨੂੰ ਰਾਖਸ਼ ਕੋਲ ਛੱਡ ਕੇ ਗਿਆ ਸੀ ਨਾ ਚਾਣਕੇ ਆਪਣੇ ਮਿੱਤਰ ਨੂੰ, ਜੀਵ ਸਿੱਧ ਨੂੰ, ਉਹਨੇ ਸਾਰਾ ਭੇਤ ਦੱਸ ਦਿੱਤਾ ਸੀ। ਉਸ ਦੇ ਅਨੁਸਾਰ ਮਗਧ ਦੇਸ਼ ਦੀ ਸੈਨਾ ਅਤੇ ਨਗਰ ਵਾਸੀ ਲੜਦੇ ਲੜਦੇ ਹੌਸਲਾ ਢਾਹ ਬੈਠੇ। ਮਹਾਰਾਜ ਸਵਾਰਥ ਸਿੱਧ ਨੇ ਜਦੋਂ ਵੇਖਿਆ ਕਿ ਗੱਲ ਵਸੋਂ ਬਾਹਰ ਹੋ ਗਈ ਆ, ਹੁਣ ਰਾਜ ਤਾਂ ਜਾਏਗਾ ਹੀ, ਰਾਜ ਦੇ ਨਾਲ ਮੇਰੀ ਜਾਨ ਵੀ ਜਾਂਦੀ ਰਹੇਗੀ, ਚਲੀ ਜਾਏਗੀ, ਕਿਉਂਕਿ ਪਤਾ ਚੱਲ ਹੀ ਗਿਆ ਸੀ ਕਿ ਇਹ ਸਭ ਕੁਝ ਉਹ ਕਰਵਾਉਣ ਵਾਲਾ ਚਾਣਕੇ ਹੀ ਹੈ, ਜਿਸ ਨੇ ਮੇਰੇ ਸ਼ਕਤੀਸ਼ਾਲੀ ਭਰਾ ਨੂੰ ਪਰਿਵਾਰ ਸਮੇਤ ਮਰਾ ਦਿੱਤਾ। ਖੈਰ ਮੇਰੀ ਵੀ ਨਹੀਂ। ਇਸ ਲਈ ਫਕੀਰੀ ਲਿਬਾਸ ਧਾਰਨ ਕਰਕੇ ਰਾਤ ਦੇ ਹਨੇਰੇ ਵਿੱਚ ਹੀ ਇੱਕ ਗੁਪਤ ਰਸਤੇ ਰਾਹੀਂ ਬਾਹਰ ਨਿਕਲ ਗਿਆ। ਜਦੋਂ ਰਾਖਸ਼ ਮੰਤਰੀ ਨੂੰ ਇਹ ਗੱਲ ਦਾ ਪਤਾ ਲੱਗਾ, ਉਸ ਦੇ ਮੋੜਨ ਲਈ ਉਦਮ ਕੀਤਾ ਜੋ ਸਫਲ ਨਾ ਹੋ ਸਕਿਆ, ਕਿਉਂਕਿ ਅੰਦਰ ਦੀ ਪਲ ਪਲ ਦੀ ਜਾਣਕਾਰੀ ਚਾਣਕੇ ਨੂੰ ਬਾਹਰ ਬੈਠੇ ਹੀ ਪ੍ਰਾਪਤ ਹੋ ਰਹੀ ਸੀ। ਜਦੋਂ ਚਾਣਕੇ ਨੂੰ ਪਤਾ ਲੱਗਾ, ਸਵਾਰਥ ਸਿੱਧ ਫਕੀਰੀ ਲਿਬਾਸ ਵਿੱਚ ਬਾਹਰ ਨਿਕਲ ਗਿਆ। ਚੰਦਰਗੁਪਤ ਮੌਰੀਆ ਦੇ ਬੰਦਿਆਂ ਤੋਂ ਉਸ ਨੂੰ ਮਰਵਾ ਦਿੱਤਾ। ਭਾਵ ਪਦਮਨੰਦ ਜਿਹੜਾ ਸੀ ਨਾ, ਜਿਹਦਾ ਪੋਤਾ ਦਾਸੀ ਪੁੱਤਰ ਚੰਦਰਗੁਪਤ ਮੌਰੀਆ, ਉਹਦੇ ਬੰਦਿਆਂ ਤੋਂ ਉਸ ਨੂੰ ਮਰਵਾ ਦਿੱਤਾ, ਰਾਜੇ ਦੇ ਭਰਾ ਨੂੰ। ਮਤਲਬ ਇਹ ਲੜਕੇ ਚੰਦਰਗੁਪਤ ਦੇ ਚਾਚੇ ਨੂੰ, ਆਪਣੇ ਚਾਚੇ ਨੂੰ ਇਹਦੇ ਕੋਈ ਮਰਵਾ ਦਿੱਤਾ। ਹੁਣ ਮੰਤਰੀ ਰਾਖਸ਼ ਕੋਲ ਕੋਈ ਜਤਾ ਨਾ ਰਿਹਾ, ਇਕੱਲਾ ਹੀ ਰਹਿ ਗਿਆ, ਕਿਉਂਕਿ ਵੱਡਾ ਮੰਤਰੀ ਬਣਾਇਆ ਸੀ ਸਕਟਾਰ ਨੂੰ ਥੱਲੇ ਕਰਕੇ। ਹੁਣ ਚਾਣਕੇ ਨੇ ਚੰਦਰਗੁਪਤ ਮੌਰੀਆ ਨੂੰ ਮਗਧ ਦੇਸ਼ ਅਥਵਾ ਪਟਨੇ ਦੇਸ਼ ਦੇ ਤਖਤ ਤੇ ਬਿਠਾ ਕੇ ਤੇ ਆਪਣੇ ਕੀਤੇ ਵਚਨ ਅਨੁਸਾਰ ਅਫਗਾਨ ਦੇ ਰਾਜੇ ਪਰਵਰਤਕ ਨੂੰ ਅੱਧਾ ਰਾਜ ਦੇ ਦਿੱਤਾ। ਇਸ ਦੇ ਪਿੱਛੋਂ ਰਾਖਸ਼ ਨੇ ਕਈ ਵਾਰ ਵਿਉਂਤਾਂ ਬਣਾਈਆਂ, ਜਿਸ ਨਾਲ ਚੰਦਰਗੁਪਤ ਮੌਰੀਆ ਤੇ ਚਾਣਕੀਆ ਦਾ ਨਾਸ਼ ਹੋ ਜਾਏ। ਪਰ ਨੀਤੀ ਵੇਤਾ ਚਾਣਕੇ ਤੇ ਇੱਕ ਵੀ ਚਾਲ ਚੱਲਣ ਨਾ ਦਿੱਤੀ, ਕਿਉਂਕਿ ਚਾਣਕੇ ਤੇ ਚਾਣਕੇ ਹੀ ਸੀ। ਹੁਣ ਚਾਣਕੀਆ ਨਾਇਣ ਦੇ ਪੁੱਤਰ ਚੰਦਰਗੁਪਤ ਮੌਰੀਆ ਨੂੰ ਰਾਜ ਦਵਾ ਕੇ ਸੰਤੁਸ਼ਟ ਨਹੀਂ ਸੀ ਹੋਇਆ, ਕਿਉਂਕਿ ਅੱਧੇ ਰਾਜ ਦਾ ਕੰਡਾ ਅਜੇ ਵੀ ਚੁੱਭ ਰਿਹਾ ਸੀ ਕਿ ਮੈਂ ਇਸ ਨੂੰ ਅੱਧਾ ਰਾਜ ਹੀ ਦਵਾ ਸਕਿਆ। ਹੁਣ ਚਾਣਕੇ ਦੀ ਨੀਤੀ ਦੇਖੋ ਕਿ ਸ਼ਕਤੀਸ਼ਾਲੀ ਰਾਜੇ ਪਰਵਰਤਕ ਨੂੰ ਅੱਧੇ ਰਾਜ ਦਾ ਲੋਭ ਦੇ ਕੇ ਲੜਾ ਕੇ ਸੂਰਬੀਰਾਂ ਦੀ ਫੌਜ ਦੀ ਸ਼ਕਤੀ ਪ੍ਰਾਪਤ ਕਰ ਲਈ। ਫਿਰ ਉਸ ਨੂੰ ਆਪਣਾ ਅੱਧਾ ਰਾਜ ਦੇ ਕੇ ਆਪਣੀ ਇਮਾਨਦਾਰੀ ਵੀ ਦਿਖਾ ਦਿੱਤੀ। ਅੱਧਾ ਰਾਜ ਦੇ ਕੇ ਉਸੇ ਦਿਨ ਤੋਂ ਸੋਚਣਾ ਸ਼ੁਰੂ ਕਰ ਦਿੱਤਾ ਕਿ ਅੱਧੇ ਰਾਜ ਨੂੰ ਵੀ ਪ੍ਰਾਪਤ ਕਰਨਾ। ਰਾਖਸ਼ ਜੋ ਵੀ ਚਾਲ ਚੱਲਦਾ ਉਸ ਨੂੰ ਸਫਲ ਕਰ ਦਿੰਦਾ ਸੀ। ਅਖੀਰ ਨੂੰ ਚਾਣਕੇ ਨੇ ਉਸ ਦੇ ਭਾਈ ਨੂੰ, ਜੋ ਰਾਖਸ਼ ਮੰਤਰੀ ਦਾ ਮਿੱਤਰ ਬਣ ਗਿਆ ਸੀ, ਇਹਨਾਂ ਤਿੰਨਾਂ ਨੂੰ ਮਰਵਾ ਦਿੱਤਾ। ਅਖੀਰ ਨੂੰ ਚਾਣਕੇ ਨੇ ਨਾ ਉਸ ਦੇ ਭਾਈ ਨੂੰ, ਜੋ ਰਾਖਸ਼ ਮੰਤਰੀ ਦਾ ਮਿੱਤਰ ਬਣ ਗਿਆ ਸੀ, ਤਿੰਨਾਂ ਨੂੰ ਮਰਵਾ ਦਿੱਤਾ। ਹੁਣ ਚਾਣਕੇ ਨੇ ਰਾਜ ਚਲਾਉਣ ਦੀ ਜ਼ਿੰਮੇਵਾਰੀ ਚੰਦਰਗੁਪਤ ਮੌਰੀਆ ਨੂੰ ਦੇ ਕੇ ਆਪ ਜੰਗਲ ਵਿੱਚ ਤਪੱਸਿਆ ਕਰਨ ਲਈ ਕੋਠਰੀਆ ਬਣਾ ਲਈ।
ਚੰਦਰਗੁਪਤ ਮੌर्य ਨੇ ਦੇ ਕੇ ਨਾ ਰਾਏ ਭਾਗ ਆਪ ਜੰਗਲ ਵਿੱਚ ਕੁਟੀਆ ਬਣਾ ਲਈ। ਚੰਦਰਗੁਪਤ ਮੌर्य ਜਿਸ ਨੂੰ ਸੁਤੰਤਰ ਰਾਜ ਚਾਣਕੇ ਨੇ ਦਿਵਾਇਆ ਸੀ, ਚੰਦਰਗੁਪਤ ਮੌर्य ਨੇ ਇਸ ਨੂੰ ਆਪਣਾ ਰਾਜਨੀਤੀ ਦਾ ਗੁਰੂ ਬਣਾਇਆ, ਗੁਰੂ ਮੰਨਿਆ। ਇਸ ਕੋਲੋਂ ਰਾਜਨੀਤੀ ਪੜ੍ਹ ਲਈ, ਜੰਗਲ ਵਿੱਚ ਕੁਟੀਆ ਵਿੱਚ ਪਹੁੰਚਦਾ ਰਿਹਾ। ਇਹ ਚਾਣਕ ਨੀਤੀ ਦਰਪਣ ਉਸ ਵੇਲੇ ਸਾਧ ਸੰਗਤ ਦੀ ਹੋਂਦ ਵਿੱਚ ਆਇਆ। ਮਤਲਬ ਚੰਦਰਗੁਪਤ ਮੌर्य ਨੇ ਪੜ੍ਹਾਇਆ ਇਹ ਗ੍ਰੰਥ। ਰਾਖਸ਼ ਕੋਲ ਜੋ ਮਹਾਮੰਤਰੀ ਦਾ ਪਦ ਤੇ ਰਾਜਗੁਰੂ ਦਾ ਪਦ ਸੀ, ਉਹ ਚਾਣਕੇ ਨੂੰ ਦੇ ਕੇ ਅਹਿਸਾਨ ਕਦੇ ਨਹੀਂ ਭੁਲਾਇਆ। ਠੀਕ ਹੈ ਜੀ। ਜੋ ਮਹਾਮੰਤਰੀ ਬਣਾਇਆ ਸੀ ਨਾ ਰਾਖਸ਼ ਨੂੰ ਤੇ ਰਾਜਗੁਰੂ ਦਾ ਪਦ ਸੀ, ਉਹ ਚਾਣਕੇ ਨੂੰ ਦੇ ਕੇ ਅਹਿਸਾਨ ਨਹੀਂ ਕਦੀ ਭੁਲਾਇਆ ਚੰਦਰਗੁਪਤ ਮੌर्य ਨੇ। ਉਸ ਦੇ ਅਨੁਸਾਰ ਹੋ ਕੇ ਦੀਰਘ ਕਾਲ ਤੱਕ ਰਾਜ ਕਰਦਾ ਰਿਹਾ ਚੰਦਰਗੁਪਤ ਮੌर्य। ਚੰਦਰਗੁਪਤ ਮੌर्य ਰਾਜਾ ਐਸਾ ਪ੍ਰਸਿੱਧ ਹੋਇਆ, ਉਸ ਦੀ ਸ਼ਲਾਘਾ ਦੀਆਂ ਉਸ ਦੇ ਦੇਸ਼ ਦੀ ਸੀਮਾ ਪਾਰ ਵਸਦੇ ਰਾਜਿਆਂ ਤੇ ਪ੍ਰਜਾ ਤੱਕ ਅਨਸੋਹਾਂ ਪਹੁੰਚੀਆਂ ਵੀ ਬੜਾ ਚੰਗਾ। ਜੋ ਗੈਰਾਂ ਨੇ ਸ਼ਲਾਘਾ ਕੀਤੀ, ਉਸ ਦਾ ਥੋੜਾ ਜਿਹਾ ਐਵੇਂ ਲਿਖਦੇ ਆ ਵਿਦਵਾਨ ਲੋਕ ਕਿ ਇਸ ਤਰ੍ਹਾਂ ਬੜਾਈ ਦੀ ਵਡਿਆਈ ਹੋਈ ਚੰਦਰਗੁਪਤ ਮੌर्य ਦੀ। ਗੁਰੂ ਇਹਨੇ ਆਪਣਾ ਮੰਨ ਲਿਆ ਸੀ, ਰਾਜਨੀਤੀ ਗੁਰੂ ਚਾਣਕੇ ਨੂੰ। ਉਹ ਇਸ ਤਰ੍ਹਾਂ ਇੱਕ ਲੇਖਕ ਹੋਇਆ ਵਾ ਮਗੈਸਥਨੀਜ਼, ਹੋਰ ਜਨਾਨੀ ਸਫੀਰ, ਜੋ ਸ਼ਾਹ ਸਲੋਕਸ ਵੱਲੋਂ ਮਹਾਰਾਜਾ ਚੰਦਰਗੁਪਤ ਮੌर्य ਦੇ ਦਰਬਾਰ ਵਿੱਚ ਕਈ ਸਾਲ ਰਿਹਾ ਸੀ। ਸ਼ਾਹ ਸਲੋਕਸ ਵੱਲੋਂ ਮਹਾਰਾਜਾ ਚੰਦਰਗੁਪਤ ਮੌर्य ਦੇ ਦਰਬਾਰ ਵਿੱਚ ਕਈ ਸਾਲ ਰਿਹਾ ਸੀ। ਮਗੈਸਥਨੀਜ਼ ਜਨਾਨੀ ਸਫੀਰ ਉਹਦਾ ਨਾਮ ਸੀ। ਚੰਦਰਗੁਪਤ ਮੌर्य ਦੇ ਰਾਜ ਦੀ ਪ੍ਰਸ਼ੰਸਾ ਕਰਦਾ ਉਹਨੇ ਐਵੇਂ ਲਿਖਿਆ ਆਪਣੇ ਲੇਖਕ ਨੇ ਕਿ ਚੰਦਰਗੁਪਤ ਮੌर्य ਦੇ ਰਾਜ ਦੀ ਰਾਜਧਾਨੀ ਪਾਟਲੀਪੁੱਤਰ ਹੈ, ਭਾਵ ਪਟਨਾ ਸ਼ਹਿਰ ਜਿਹੜਾ। ਇਹ ਗੰਗਾ ਦੇ ਕਿਨਾਰੇ 2 ਮੀਲ ਚੌੜਾਈ ਤੇ ਲੰਬਾਈ 9 ਮੀਲ ਤੱਕ ਹੈ। ਉਹ ਲਿਖਦਾ ਕਿ ਇਸ ਦੇ ਚਫੇਰੇ ਇੱਕ ਬੜਾ ਪੱਕਾ ਕੋਟ ਹੈ, ਜਿਸ ਵਿੱਚ 64 ਦਰਵਾਜ਼ੇ ਹਨ। ਇਹ ਸ਼ਹਿਰ ਵਿੱਚ 570 ਬੁਰਜ ਹਨ, ਜਿੱਥੇ ਬੈਠ ਕੇ ਬਾਹਰੋਂ ਆਉਣ ਵਾਲੇ ਦੁਸ਼ਮਣ ਦਾ ਮੁਕਾਬਲਾ ਬੜੇ ਸੌਖੇ ਤਰੀਕੇ ਨਾਲ ਕੀਤਾ ਜਾ ਸਕਦਾ ਸੀ। ਇੱਕ ਖਾਈ ਜੋ 60 ਫੁੱਟ ਚੌੜੀ ਅਤੇ 45 ਫੁੱਟ ਡੂੰਘੀ ਸੀ। ਸਮੁੰਦਰ ਦੇ ਉੱਥੇ ਕਿਹੜੇ ਦੁਆਲੇ ਖਾਈ ਹੁੰਦੀ ਵੀ ਕੋਈ ਸਿੱਧਾ ਨਾ ਪ੍ਰਵੇਸ਼ ਕਰ ਸਕੇ। ਇੱਕੋ ਹੀ ਰਾਸਤਾ ਰੱਖਿਆ ਹੁੰਦਾ ਵੀ ਆਊ ਤਾਂ ਉਹਦੀ ਮਾਰ ਦਾਂਗੇ, ਖਾਈ ਜਾਊ ਤੇ ਖਾਈ ਡੇਗ ਪਹੁੰਚ ਪਾਣੀ ਛੱਡਿਆ ਹੁੰਦਾ। ਜਾਂ ਉੱਦਾਂ ਹੀ ਬੜੀ ਵੱਡੀ ਖਾਈ ਬਣਾਈ ਦੀ ਡੂੰਘੀ ਆਲੇ ਦੁਆਲੇ ਕਿਲੇ ਦੇ, ਉਹ 45 ਫੁੱਟ ਡੂੰਘੀ ਤੇ 60 ਫੁੱਟ ਚੌੜੀ ਲਿਖੀ ਹੈ। ਮਹਾਰਾਜਾ ਚੰਦਰਗੁਪਤ ਮੌर्य ਦੀ ਸੈਨਾ ਬੜੀ ਲੜਾਕੀ ਕਹਿੰਦਾ ਸੀ, ਉਹਨੇ ਲਿਖੀ, ਜਿਸ ਦੀ ਗਿਣਤੀ ਕਹਿੰਦਾ ਵੀ 60,000 ਪੈਦਲ, 30,000 ਘੋੜਸਵਾਰ, 9,000 ਹਾਥੀਆਂ ਵਾਲੇ, 8,000 ਰੱਥਾਂ ਵਾਲੇ ਲੜਨ ਲਈ ਸਦਾ ਹੀ ਤਿਆਰ ਰਹਿੰਦੇ ਸਨ। ਉਹ ਜਿਹੜਾ ਨੇੜੇ ਰਹਿੰਦਾ ਸੀ ਨਾ, ਇਹ ਜਿਹੜਾ ਲੇਖਕ ਮਗੈਸਥਨੀਜ਼, ਇਹਨੇ 6 ਹਿੱਸਿਆਂ ਵਿੱਚ ਪ੍ਰਬੰਧ ਵੰਡਿਆ ਵੀ ਪੈਦਲ ਸੈਨਾ, ਸਮੁੰਦਰੀ ਸੈਨਾ, ਘੋੜ ਸੈਨਾ, ਜੰਗੀ ਰੱਥ, ਹਾਥੀਆਂ ਵਾਲੀ ਸੈਨਾ, ਭਾਰ ਢੋਣ ਵਾਲੀ ਸੈਨਾ, 6 ਪ੍ਰਕਾਰ ਦੀ ਸੈਨਾ ਲਿਖੀ ਹੋਈ। ਦੇਸ਼ ਦੇ ਸੁਧਾਰ ਵਾਸਤੇ ਵੀ ਹੋਰ ਵੀ ਪ੍ਰਬੰਧ ਕੀਤੇ ਹੋਏ ਸਨ। ਚੰਦਰਗੁਪਤ ਮੌर्य ਨੇ ਆਏ ਗਏਆਂ ਦਾ ਪ੍ਰਬੰਧ ਬੜੇ ਸ਼ਲਾਘਾਯੋਗ ਤਰੀਕੇ ਨਾਲ ਕੀਤਾ ਹੋਇਆ ਸੀ। ਸ਼ਿਲਪ ਵਿਦਿਆ ਦੀ ਦੇਖਭਾਲ ਲਈ ਵਿਸ਼ੇਸ਼ ਪ੍ਰਬੰਧ ਸੀ। ਆਏ ਗਏ ਰਾਹੀਆਂ ਤੇ ਅਭਿਆਗਤਾਂ ਦਾ ਸਨਮਾਨ ਬੜਾ, ਉਹਦੇ ਵਾਸਤੇ ਬੜਾ ਪ੍ਰਬੰਧ ਸੀ। ਮਰਨ ਜੰਮਣ ਦੇ ਜਿਹੜੇ ਅੰਕੜੇ ਗਿਣਤੀ ਵਿੱਚ
ਲਿਖੇ ਜਾਣ ਲੱਗੇ। ਜੋ ਚੰਦਰਗੁਪਤ ਮੌਰੀਆ ਬਣਿਆ ਸੀ ਰਾਜਾ, ਵਪਾਰ ਦੀ ਵੀ ਕਹਿੰਦੇ ਬੜੀ ਉੱਨਤੀ ਹੋਈ। ਸਰਕਾਰੀ ਜਿਹੜਾ ਮਾਮਲਾ ਗ੍ਰਾਹਕ ਖਜ਼ਾਨਾ ਵੀ ਭਰਿਆ ਜਾਂਦਾ ਸੀ ਉਦੋਂ। ਹਰੇਕ ਦਿਨ ਇੱਕ ਆਮ ਦਰਬਾਰ ਲੱਗਦਾ, ਜਿੱਥੇ ਪ੍ਰਜਾ ਦੇ ਹਰ ਨਾਗਰਿਕ ਨੂੰ ਆਪਣਾ ਦੁੱਖ ਸਿੱਧਾ ਰਾਜੇ ਨੂੰ ਦੱਸਣ ਦਾ ਮੌਕਾ ਪ੍ਰਦਾਨ ਹੁੰਦਾ ਸੀ। ਇਸ ਕਰਕੇ ਚੰਦਰਗੁਪਤ ਮੌਰੀਆ ਦੇ ਪ੍ਰਸੰਗ ਦੀ ਪ੍ਰਸ਼ੰਸਾ ਜਿਹੜੀ ਹੈ ਨਾ, ਉਹ ਸਫੀਰ ਨੇ, ਗੋਰੇ ਨੇ, ਜਨਾਨੀ ਨੇ ਬੜੀ ਲਿਖੀ। ਜੇ ਸਾਰੀ ਲਿਖੀਏ ਤਾਂ ਬਹੁਤ ਵੱਡਾ ਗ੍ਰੰਥ ਬਣ ਸਕਦਾ। ਵੀ ਉਹਨੇ ਲਿਖਿਆ ਵੀ ਜੇ ਮੈਂ ਹੋਰ ਲਿਖਾਂ ਨਾ। ਇਸ ਪ੍ਰਕਾਰ ਚਾਣਕੇ ਦੀ ਕਰਨੀ ਕਰਕੇ ਗੁਪਤ ਮੌਰੀਆ ਬੜਾ ਪ੍ਰਸਿੱਧ ਹੋਇਆ ਸੀ। ਸੋ ਚਾਣਕੇ ਦੇ ਜਿਹੜੀ ਜਨਮ ਤਰੀਕ ਆ, ਇੱਕ ਤੇ ਇਹ ਨਹੀਂ ਮਿਲਦੀ ਸਹੀ, ਮਤਲਬ ਮਿਲਦੀ ਨਹੀਂ ਕਿ ਕਿੱਥੇ ਹੋਇਆ ਤੇ ਕਦੋਂ ਹੋਇਆ, ਨਾ ਹੀ ਮਰਨ ਦਾ ਸਮਾਂ ਤਾਂ ਪਤਾ ਲੱਗਦਾ। ਪਰ ਇਸ ਚਾਣਕੇ ਰਿਸ਼ੀ ਮਹਾਂਪੁਰਸ਼ ਦੀ ਪਛਾਣ ਇਹਦੀ ਨੀਤੀ ਦੇ ਬਚਨ ਹੀ ਆ ਜਿਹੜੇ ਆ ਗ੍ਰੰਥ ਵਿੱਚ ਆਉਂਦੇ ਆ। ਬੜੀ ਵੱਡੀ ਕਰਨੀ ਦੇ ਬਚਨ ਆ, ਬਹੁਤ ਉਹਨੇ ਸਖਤੀ ਨਾਲ ਹੀ ਲਿਖੇ ਆ, ਤੇ ਲਿਖੇ ਬੜੇ ਸੋਹਣੇ। ਤੇ ਜਿਹੜੇ ਨੇ ਬਚਨ ਲਿਖੇ ਉਹੀ ਚਾਣਕੇ ਨੀਤੀ ਗ੍ਰੰਥ ਨਾਲ ਪ੍ਰਸਿੱਧ ਆ। ਚਾਣਕੇ ਦੀ ਕ੍ਰਿਤ ਇੱਕ ਹੋਰ ਵੀ ਆ ਗ੍ਰੰਥ, ਮੁਦਰਾ ਰਾਖਸ਼ ਨਾਮੀ ਨਾਟਕ ਹੈ। ਗ੍ਰੰਥ ਲਿਖਿਆ ਨੇ ਮੁਦਰਾ ਰਾਖਸ਼, ਉਹਦੇ ਵਿੱਚ ਨਾਟਕ ਬਣਾਇਆ ਬੜਾ ਸੋਹਣਾ। ਤੇ ਜੋ ਵਿਸ਼ਨੂੰ ਸ਼ਰਮਾ ਦਾ ਮਿੱਤਰ ਸੀ ਨਾ, ਜਿਹਨੇ 5 ਤੰਤਰ ਰਾਜਨੀਤਿਕ ਗ੍ਰੰਥ ਲਿਖਿਆ ਵਾ, ਉਹਦਾ ਅਨੁਵਾਦ ਸੰਸਾਰ ਭਰ ਦੀਆਂ ਭਾਸ਼ਾਵਾਂ ਵਿੱਚ ਹੈ। ਪੰਜਾਬੀ ਵਿੱਚ ਵੀ ਹੈਗਾ ਉਹਦਾ। 5 ਤੰਤਰ ਸ਼ਾਸਤਰ ਲਿਖਿਆ ਵਾ ਵਿਸ਼ਨੂੰ ਸ਼ਰਮਾ ਨੇ। ਉਹ ਚਾਣਕੇ ਦੇ ਗੁਣ ਗਾਉਂਦਾ ਤੇ ਚਾਣਕੇ ਨੂੰ ਨਮਸਕਾਰ ਕਰਦਾ ਹੈ ਨਾ। ਆਪਣੇ ਗ੍ਰੰਥ ਦੀ ਭੂਮਿਕਾ ਵਿੱਚ ਉਹਨੇ ਜਿਹੜੇ ਰਾਜਨੀਤੀ ਜਾਣਨ ਵਾਲੇ ਉਹਨਾਂ ਦਾ ਨਾਮ ਲਿਖਦਿਆਂ ਉਹਨੇ ਕਿਹਾ ਵੀ ਸਰਮੌਰ ਮੇਰਾ ਮਿੱਤਰ, ਕਰ ਪ੍ਰਣਾਮ ਚਾਣਕੇ ਕੋ ਰਾਜਨੀਤ ਸਰਮੌਰ। ਕਹਿੰਦਾ ਵੀ ਚਾਣਕੇ ਮੈਂ ਮਿੱਤਰ ਆਪਣੇ ਨੂੰ ਪ੍ਰਣਾਮ ਕਰਦਾ, ਨਮਸਕਾਰ ਕਰਦਾ, ਜੋ ਰਾਜਨੀਤੀ ਵਿੱਚ ਬੜਾ ਸਰਮੌਰ ਹੈ। ਇਹ ਜਿਹੜਾ ਉਹਦਾ ਕਹਿਣਾ ਨਾ ਵੀ ਰਾਜਨੀਤੀ ਵਿੱਚ ਸਰਮੌਰ ਹੈ, ਇੱਥੋਂ ਹੀ ਚਾਣਕੇ ਨੀਤੀ, ਚਾਣਕੇ ਰਿਸ਼ੀ ਦੀ ਵਿਦਿਆ ਦਾ ਪੂਰਨ ਗਿਆਨ ਹੁੰਦਾ। ਤੇ ਚਾਣਕੇ ਨੇ ਵੀ ਵਿਸ਼ਨੂੰ ਸ਼ਰਮਾ ਨੂੰ ਆਪਣਾ ਭਾਰੀ ਮਿੱਤਰ ਲਿਖਿਆ ਵਾ ਆਪਣੇ ਗ੍ਰੰਥ ਵਿੱਚ। ਤੇ ਇਹ ਜਿੰਨਾ ਵੀ ਜੀਵਨ ਆ, ਗਿਆਨੀ ਗੁਲਾਬ ਸਿੰਘ ਜੀ ਨੇ ਬੜੀ ਮਿਹਨਤ ਨਾਲ ਲੱਭ ਕੇ ਲਿਖਿਆ ਹੈ। ਤੇ ਉਹੀ ਹੁਣ ਸੰਪਰਦਾਵਾਂ ਦੇ ਵਿੱਚ ਗ੍ਰੰਥਾਂ ਵਿੱਚ ਲਿਖਿਆ ਮਿਲਦਾ, ਤੇ ਉਹਦੀ ਆਪਾਂ ਥਾਣਕਾ ਪੜ੍ਹੀ ਆ। ਤੇ ਉਂਝ ਇਹ ਲੱਭਣਾ ਬਹੁਤ ਔਖਾ ਸੀ। ਗੁਰੂ ਘਰ ਦੇ ਵਿਦਵਾਨਾਂ ਨੇ ਸੇਵਾ ਬੜੀਆਂ ਲੱਭ ਕੀਤੀਆਂ। ਇਹ ਗਿਆਨੀ ਗੁਲਾਬ ਸਿੰਘ ਨੇ ਲੱਭ ਕੇ ਜਿਉਂ ਲਿਖਿਆ ਬੜੀ ਵੱਡੀ ਦੇਣ ਆ, ਕਿਉਂਕਿ ਜਿਹਦਾ ਗ੍ਰੰਥ ਪੜ੍ਹਨਾ, ਉਹਦੇ ਬਾਰੇ ਪਤਾ ਲੱਗ ਜਾਏ ਤੇ ਬੜੀ ਵੱਡੀ ਗੱਲ ਹੁੰਦੀ। ਕਿੱਡੀ ਵੱਡੀ ਰੂਹ, ਕਿੱਡਾ ਜਦੀਆ ਸੀ, ਆਸਣ ਤੋਂ ਉਠਾਇਆ ਤੇ ਵੇਖੋ ਕਿੰਨਾ ਨੇ ਖੇੜਾ ਖੜਾ ਕੀਤਾ, ਰਾਜ ਭਾਗ ਗਵਾ ਕੇ ਬਹਿ ਗਿਆ ਰਾਜਾ ਵੀ। ਸੋ ਅਕਲ ਮਿਲਦੀ ਆ ਵੀ ਅਪਮਾਨ ਨਹੀਂ ਕਿਸੇ ਦਾ ਕਰਨਾ ਚਾਹੀਦਾ, ਛੋਟਾ ਸਮਝ ਕੇ। ਪਤਾ ਨਹੀਂ ਵੀ ਉਹ ਕੀ ਕਰ ਸਕਦਾ, ਕੀ ਸਾਨੂੰ ਚਣੇ ਚਬਾ ਸਕਦਾ। ਕਦੀ ਵੀ ਕਿਸੇ ਨੂੰ ਛੋਟਾ ਨਾ ਸਮਝੋ, ਅਪਮਾਨ ਨਾ ਕਰੋ, ਮੁੱਕਦੀ ਗੱਲ। ਇਹ ਤਾਂ ਜੀਵਨ ਚਾਣਕੇ ਦਾ। ਤੇ ਉਂਝ ਚਾਣਕੇ ਦੇ ਇੱਕ ਦੂਸਰੀ ਹੋਰ ਵੀ ਇੱਕ ਚਾਣਕੇ ਹੋਰ ਹੋਇਆ ਓਦਾਂ। ਤੇ ਉਹਦਾ ਨਾਂ ਚਾਣਕੇ ਕਾਲ ਚੁਣਕਰੀ। ਚਾਣਕੇ ਇੱਕ ਚੁਣਕਰੀ ਵੀ ਹੈ। ਉਹਦੀ ਗੁਰਬਾਣੀ ਵਿੱਚ ਮਹਾਂਪੁਰਸ਼ਾਂ ਨੇ ਸਾਖੀਆਂ ਬੋਲੀਆਂ। ਇਹ ਵੀ ਬ੍ਰਾਹਮਣ ਸੀ, ਬੜਾ ਸੰਤੋਖੀ ਸੀ, ਜਿਸ ਦੇ ਸੰਤੋਖ ਦੀ ਪ੍ਰੀਖਿਆ ਪਰਮਾਤਮਾ ਨੇ ਆਪ ਹੀ ਕੀਤੀ ਸੀ।
ਪ੍ਰੀਖਿਆ ਵਿੱਚ ਪੂਰਾ ਉਤਰਿਆ ਏ ਚੁਣਕ ਰਹੀ। ਪਰਮਾਤਮਾ ਨੇ ਇਹਨੂੰ ਦਰਸ਼ਨ ਦਿੱਤੇ, ਪਰਿਵਾਰ ਦਾ ਕਲਿਆਣ ਕੀਤਾ। ਇਸ ਤੋਂ ਇਹਦੀ ਵੰਸ਼ ਚੱਲੀ। ਚਣਕ ਜਿਹੜੀ ਹੈ ਉਹ ਵੰਸ਼ ਦਾ ਨਾਮ ਚੁਣਕ, ਤੇ ਚਾਣਕੇ ਨਾਮ ਪਿਆ ਸੀ ਇਹਦਾ ਵੀ, ਚੁਣਕ ਰਹੀ ਜਾਂ ਚਾਣਕੇ। ਇਸ ਵੰਸ਼ ਵਿੱਚ ਪੈਦਾ ਹੋਣ ਕਰਕੇ ਇਸ ਨੀਤੀ ਵੇਤਾ ਪੰਡਤ ਦਾ ਨਾਮ ਚਾਣਕੇ ਪੈ ਗਿਆ। ਚੁਣਕ ਵੰਸ਼ ਸੀ ਨਾ, ਤੇ ਵੰਸ਼ ਵਿੱਚ ਪੈਦਾ ਹੋਣ ਕਰਕੇ ਨਾਮ ਪੈ ਗਿਆ ਚਾਣਕੇ। ਇਸ ਦੇ ਰਚੇ ਗ੍ਰੰਥ ਨੂੰ ਚਾਣਕੇ ਨੀਤੀ ਦੀ ਪ੍ਰਸਿੱਧੀ ਪ੍ਰਾਪਤ ਹੈ। ਮਤਲਬ ਦੋ ਅਥਾਨਕਾਂ ਵੀ, ਇੱਕ ਉਹ ਵੀ ਚਾਣਕੇ, ਇੱਕ ਜਿਹੜਾ ਪਹਿਲਾ ਦੱਸਿਆ ਅਸਲ ਵਿੱਚ ਉਹ ਆ, ਤੇ ਇਹਦੀ ਅਥਾਨਕ ਇਸ ਪ੍ਰਕਾਰ ਵੀ ਆਉਂਦੀ ਆ ਵੀ ਇਹਨੂੰ ਵੀ ਚਾਣਕੇ ਕਿਹਾ ਜਾਂਦਾ ਸੀ। ਪੈਦਾ ਤੇ ਇਸ ਦਾ ਅਸਲੀ ਨਾਮ ਜਿਹੜਾ ਵਿਸ਼ਨੂੰ ਗੁਪਤਾ ਹੈ। ਤੀਸਰਾ ਨਾਮ ਕੌਟਲੇ ਵੀ ਗ੍ਰੰਥਾਂ ਵਿੱਚ ਲਿਖਿਆ। ਇਹਦੇ ਲਿਖੇ ਸ਼ਾਸਤਰਾਂ ਦਾ ਨਾਮ ਅਰਥ ਸ਼ਾਸਤਰ, ਕੌਟਲੇ ਸ਼ਾਸਤਰ ਵੀ ਆ। ਆਪਣੀ ਚਤੁਰਾਈ ਦੇ ਬਲ ਨਾਲ ਨੰਦ ਵੰਸ਼ ਦਾ ਨਾਸ਼ ਕਰਕੇ ਚੰਦਰਗੁਪਤ ਮੌਰੀਆ ਨੂੰ ਮਹਾਰਾਜ ਤੇ ਰਾਜ ਬਣਾਇਆ, ਰਾਜਾਂ ਦਾ ਰਾਜਾ ਬਣਾਇਆ। ਰਾਵਲਪਿੰਡੀ ਦੇ ਜ਼ਿਲ੍ਹੇ ਤਕਸਿਲਾ ਨਗਰ ਚਾਣਕੇ ਦਾ ਜਨਮ ਸਥਾਨ ਆ। ਜਨਮ ਦਾ ਮਰਨ ਦਾ ਅਸਲੀ ਤਰੀਕ ਨਹੀਂ ਮਿਲਦਾ, ਅਨੁਮਾਨ ਹੀ ਲਾਇਆ ਇਹ ਵੀ ਵਿਦਵਾਨਾਂ ਨੇ। ਬਾਕੀ ਤਰੀਕ ਤੋਂ ਵੀ ਆਪਾਂ ਕੀ ਲੈਣਾ, ਅਸਲ ਗੱਲ ਤਾਂ ਸਿਧਾਂਤ ਦੀ ਮਿਲੀ ਨਹੀਂ ਤੇ ਹੁਣ ਕੀ ਕਰੇ ਬੰਦਾ। ਇਸ ਦੀ ਰਚਨਾ ਦਾ ਜੋ ਸਿਧਾਂਤ ਆ ਉਹ ਕਵੀ ਸੈਨਾਪਤੀ ਨੇ, ਜੇ ਇਹ ਸੰਸਕ੍ਰਿਤ ਵਿੱਚ ਸੀ ਰਾਜਨੀਤੀ ਚਾਣਕੇ ਗ੍ਰੰਥ, ਤੇ ਕਵੀ ਸੈਨਾਪਤੀ ਜੀ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਗਿਆ ਅਨੁਸਾਰ। ਕਿਉਂਕਿ ਕਵੀ ਸੈਨਾਪਤੀ ਗੁਰੂ ਕਾ ਹੀ ਕਵੀ ਸੀ, 52 ਕਵੀਆਂ ਵਿੱਚ ਇੱਕ ਕਵੀ ਪ੍ਰਸਿੱਧ। ਹੁਣ ਇਹ ਗ੍ਰੰਥ ਸੰਪਰਦਾਵਾਂ ਵਿੱਚ ਪੜ੍ਹਿਆ ਪੜ੍ਹਾਇਆ ਜਾਂਦਾ ਮਹਾਂਪੁਰਸ਼ਾਂ ਵੱਲੋਂ ਕਿ ਸੰਸਾਰੀ ਗਿਆਨ ਵੀ ਮਨੁੱਖ ਦੇ ਪੱਲੇ ਹੋਵੇ, ਜਿਸ ਦੇ ਨਾਲ ਸੰਸਾਰ ਵਿੱਚ ਜਿੰਨਾ ਚਿਰ ਸਰੀਰ ਹੈ ਇਹ ਸਿੱਖ ਸਾਡਾ ਰਾਜਨੀਤਿਕ ਵੀ ਹੋਵੇ, ਰਾਜਨੀਤੀ ਪੱਖੋਂ ਵੀ ਮੁਕਾਬਲਾ ਕਰ ਸਕੇ, ਕਿਸੇ ਵੱਲੋਂ ਨਿਰਾਸ਼ ਨਾ ਹੋਵੇ, ਧਰਮ ਵਿੱਚ ਹੀ ਪੱਕਿਆ ਰਵੇ, ਰਾਜਨੀਤੀ ਪ੍ਰਬੰਧ ਵੀ ਕਰੇ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਵੀ ਸੈਨਾਪਤੀ ਨੂੰ ਹੁਕਮ ਦੇ ਕੇ ਚਾਣਕੇ ਰਿਸ਼ੀ ਦੀ ਵਿਦਵਾਨੀ ਦੀ ਕਦਰ ਕਰਦਿਆਂ ਗੁਰਮੁਖੀ ਵਿੱਚ ਇਹਦਾ ਅਨੁਵਾਦ ਕਰਵਾਇਆ, ਜਿਸ ਨੂੰ ਸਿੱਖ ਸੰਪਰਦਾਵਾਂ ਜਿਹੜੀਆਂ ਗਿਆਨ ਪ੍ਰਾਪਤ ਕਰਨੀਆਂ ਚਾਹੁੰਦੀਆਂ ਵਿਦਵਾਨ ਮਹਾਂਪੁਰਸ਼ ਗੁਰੂ ਘਰ ਦੇ ਉਹ ਪੜ੍ਹਦੇ ਗ੍ਰੰਥ ਨੂੰ, ਚਾਣਕੇ ਨੀਤੀ ਗ੍ਰੰਥ ਨੂੰ। ਹੋਰ ਵੀ ਸੰਪਰਦਾਵਾਂ ਸਨਾਤਨ ਮਤ ਦੇ ਲੋਕ ਪੜ੍ਹਦੇ, ਲਾਭ ਉਠਾ ਰਹੀਆਂ। ਤੇ ਬਾਕੀ ਜਿਹੜੇ ਮੂਰਖ ਲੋਕ ਆ ਕਹਿੰਦੇ ਵੀ ਤੇ ਹਿੰਦੂਆਂ ਦੇ ਗ੍ਰੰਥ ਅਸੀਂ ਕੋਈ ਪੜ੍ਹਨੇ ਆ। ਗੱਲ ਤੇ ਇਹਦੇ ਵਿੱਚ ਪੜ੍ਹ ਕੇ ਵੇਖੋ ਵੀ ਹਿੰਦੂ ਗੁਣਾ ਕੀ। ਆਪਾਂ ਤੇ ਰਾਜਨੀਤੀ ਸਿੱਖਣੀ ਹੈ ਵੀ ਸਿੱਖ ਨੂੰ ਰਾਜਨੀਤੀ ਨਹੀਂ ਚਾਹੀਦੀ, ਸਿੱਖ ਨੂੰ ਵੀ ਰਾਜਨੀਤੀ ਚਾਹੀਦੀ ਹੈ। ਕਿ ਨਿਰਾ ਸਿੱਖ ਇੱਥੇ ਲੰਗਰ ਹੀ ਲਾਉਣ ਆਇਆ, ਦੇਖ ਦੇਖ ਜਗ ਮੈਂ ਦੋ ਚੱਲੇ, ਤੇਗ ਤੇ ਫਿਰ ਰਾਜ ਹੀ ਚੱਲਦੀ, ਤੇ ਰਾਜ ਲਈ ਤੇ ਰਾਜਨੀਤੀ ਚਾਹੀਦੀ। ਇੱਕ ਰਾਜ ਕਰੇਗਾ ਖਾਲਸਾ, ਕਈ ਵੀ ਜਾਣੇ। ਮਹਾਰਾਜ ਨੇ ਰਾਜਨੀਤੀ ਵੀ ਸਿਖਾਈ। ਇੱਕ ਤਾਂ ਉੱਪਰਲੀ ਅਥਾਨਕਾ ਜਿਹੜੀ ਦੱਸੀ ਆ, ਦੂਸਰੀ ਅਥਾਨਕਾ ਇਸੇ ਚਾਣਕੇ ਦੀ ਇਹ ਆ ਵੀ ਚਾਣਕੇ ਜਿਹੜਾ ਚੁਣਕ ਰਹੀ ਆ ਤੇ ਬੜਾ ਸੰਤੋਖੀ ਬ੍ਰਾਹਮਣਾ ਘਰ ਪੈਦਾ ਹੋਇਆ ਸੀ। ਇਹ ਪਰਮੇਸ਼ਰ ਨੇ ਦੀ ਪ੍ਰੀਖਿਆ ਕੀਤੀ ਸੀ। ਉਹ ਆਖਿਆ ਮੈਨੂੰ ਭੁੱਖ ਲੱਗੀ, ਤੇ ਫਿਰ ਇਹਨੇ ਜਿਹੜੇ ਸੱਤੂ ਦਾ ਆਟਾ ਜਿਸਨੇ ਜਿਹੜਾ ਕੀੜੇ ਦੀ ਭੌਂਦ ਸੱਤੂ ਮਿਲੇ ਸੀ ਉਹਦਾ ਆਟਾ ਜਿਹਾ ਪੀਆ। ਇੱਕ ਹਿੱਸਾ ਪਰਮੇਸ਼ਰ ਦਾ ਕੱਢਦਾ ਸੀ, ਪਹਿਲਾਂ ਪਰਮੇਸ਼ਰ ਨੂੰ ਛਕਾਉਂਦਾ ਫਿਰ ਆਪ ਛਕਦਾ ਹੁੰਦਾ ਸੀ। ਤੇ ਉਦਣ ਬ੍ਰਾਹਮਣ ਦੇ ਰੂਪ 'ਚ ਆ ਗਏ ਭਗਵਾਨ। ਇੱਕ ਖਾ ਲਿਆ ਹਿੱਸਾ, ਕਹਿੰਦੇ ਹੋਰ ਭੁੱਖ ਹੈ, ਦੂਜਾ ਵੀ, ਤੀਜਾ ਵੀ, ਸਾਰਾ ਹੀ ਨੌਵਾਂ ਦਾ, ਪੁੱਤਰਾਂ ਦਾ, ਇਹਦਾ, ਘਰਵਾਲੀ ਦਾ ਖਾ ਗਏ ਪਰਮੇਸ਼ਰ। ਫਿਰ ਇਹਨੇ ਦਾਵਾਂ ਡੋਲਣੀ ਹੋਇਆ, ਇਹਦਾ ਸਿਦਕ ਵੇਖ ਕੇ ਨਾ, ਇਹਦੀ ਪ੍ਰੀਖਿਆ ਵਿੱਚ ਪੂਰਾ ਉਤਰਨ ਕਰਕੇ ਪਰਮਾਤਮਾ ਨੇ ਦਰਸ਼ਨ ਦਿੱਤੇ ਤੇ ਕਿਹਾ ਵੀ ਤੇਰਾ ਕਲਿਆਣ ਹੋ, ਸੰਤੋਖੀਆਂ 'ਚ ਤੇਰਾ ਨਾਮ ਹੋ। ਇਸ ਤੋਂ ਇਹਦੀ ਵੰਸ਼ ਚੱਲੀ ਸੀ, ਚਣਕ ਵੰਸ਼ ਦਾ ਨਾਮ ਹੈ। ਤੇ ਵੰਸ਼ ਵਿੱਚ ਪੈਦਾ ਹੋਣ ਕਰਕੇ ਨੀਤੀ ਵੇਤਾ ਪੰਡਤ ਸੀ, ਇਹ ਨਾਮ ਚਾਣਕੇ ਪੈ ਗਿਆ। ਤੇ ਗ੍ਰੰਥ ਚਾਣਕੇ ਨੀਤੀ ਦੇ ਪ੍ਰਸਿੱਧ ਹੋਏ ਸੀ। ਤੇ
ਅਸਲੀ ਨਾਮ ਵਿਸ਼ਨੂੰ ਗੁਪਤਾ। ਇਹ ਕੌਟਲਯ ਬੜਾ ਕਰੂਰੀ ਵੀ, ਇਹ ਕੌਟਲਯ ਨਾਮ ਵੀ ਇਹਦਾ ਗ੍ਰੰਥਾਂ ਵਿੱਚ ਆਇਆ। ਜਦੋਂ ਆਨੰਦ ਵੰਸ਼ ਨੂੰ ਨਾਸ ਕੀਤਾ ਨਾ, ਫਿਰ ਕੌਟਲਯ ਨਾਮ ਹੀ ਪੈ ਗਿਆ। ਫਿਰ ਉਦੋਂ ਹੀ ਇਹਨੇ ਅਰਥ ਸ਼ਾਸਤਰ, ਕੌਟਲਯ ਸ਼ਾਸਤਰ ਬੜੇ ਲਿਖੇ ਆ। ਹਾਂਜੀ, ਚਤਰਾਈ ਦੇ ਬਲ ਨਾਲ ਹੀ ਆਨੰਦ ਵੰਸ਼ ਦਾ ਨਾਸ਼ ਕੀਤਾ, ਚੰਦਰਗੁਪਤ ਮੌਰੀਆ ਨੂੰ ਰਾਜ ਭਾਗ ਦਿੱਤਾ। ਉਹ ਸਾਰੀ ਉੱਤੇ ਆਪਾਂ ਥਾਣਕਾ ਪੜ੍ਹੀ ਹੈ। ਮਤਲਬ ਇੱਥੇ ਸੂਖਮ ਜੀ ਦੱਸੀ ਆ ਵੀ ਇਸ ਤਰ੍ਹਾਂ ਵੀ ਜਿਹੜਾ ਥਾਣਕਾ ਹੈ, ਪਰ ਮੁੱਖ ਰੂਪ ਵਿੱਚ ਇਹੀ ਥਾਣਕਾ ਵਾ ਜਿਹੜੀ ਆਪਾਂ ਵੱਡੀ ਪੜ੍ਹੀ। ਮੁੱਖ ਉਹੀ ਹੈ, ਜਿਹਦੇ ਥੋੜਾ ਪਰਿਚੈ ਦੇਣ ਵਾਸਤੇ ਦੂਸਰੀ ਜਿਹੜੀ ਪੜ੍ਹੀ ਹੈ। ਸੋ ਅੱਜ ਆਪਾਂ ਇਹ ਗ੍ਰੰਥ ਦੀ ਥਾਣਕਾ ਪੜ੍ਹ ਚੁੱਕੇ ਹਾਂ, ਜਿਵੇਂ ਮਹਾਂਪੁਰਸ਼ਾਂ ਨੇ ਗ੍ਰੰਥਾਂ ਵਿੱਚ ਲਿਖੀ ਹੈ। ਉਹਨੂੰ ਆਪਾਂ ਪੜ੍ਹ ਸੁਣ ਵਿਚਾਰ ਲਿਆ ਹੈ। ਹੁਣ ਚਾਣਕੇ ਜਾਂ ਚਣਾਕਾ ਨਾਮੇ ਜਿਹੜਾ ਸ਼ਾਸਤਰ ਗ੍ਰੰਥ ਪੁਸਤਕ ਹੈ, ਇਹਨੂੰ ਜਿਵੇਂ ਆਮ ਭਾਸ਼ਾ 'ਚ ਕਵੀ ਸੈਨਾਪਤੀ ਗੁਰੂ ਘਰ ਦੇ ਕਵੀ ਸਾਹਿਬ ਜੀ ਨੇ ਕੀਤਾ ਹੈ, ਸਤਿਗੁਰੂ ਜੀ ਨੇ ਗੁਰਮੁਖੀ ਵਿੱਚ ਅਨੁਵਾਦ ਕਰਵਾਇਆ, ਤੇ ਸੰਪਰਦਾਈ ਮਹਾਂਪੁਰਸ਼ ਟਕਸਾਲਾਂ ਵਿੱਚ ਪੜ੍ਹਦੇ ਪੜ੍ਹਾਉਂਦੇ ਗਿਆਨੀ ਮਹਾਂਪੁਰਸ਼ ਉਸੇ ਤਰ੍ਹਾਂ ਨਾਲ ਆਪਾਂ ਇਹਦੀ ਵਿਚਾਰ ਕਰਾਂਗੇ। ਅੱਜ ਇੱਥੇ ਥਾਣਕਾ ਦੀ ਸਮਾਪਤੀ ਕਰ ਦਈਏ, ਕਿਉਂਕਿ ਥਾਣਕਾ ਵੱਡੀ ਸੀ। ਕੱਲ ਤੋਂ ਆਪਾਂ ਪਹਿਲਾ ਅਧਿਆਇ ਦਾ ਪ੍ਰਾਰੰਭ ਕਰਾਂਗੇ, 15-16 ਅਧਿਆਇ ਦੇ। ਸੋ ਹੁਣ ਆਪਾਂ ਇੱਥੇ ਜਿਹੜੀ ਹੈ ਸਮਾਪਤੀ ਕਰੀਏ। ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਬੁਲਾਈਏ। ਗੁਰੂ ਸਾਹਿਬ ਕਿਰਪਾ ਕਰਨ, ਇਸ ਗ੍ਰੰਥ ਦੀ ਕਥਾ ਵੀ ਆਪ ਹੀ ਮਿਹਰ ਭਰਿਆ ਹੱਥ ਰੱਖ ਕੇ ਕਰਵਾ ਲੈਣ, ਤੇ ਸਾਨੂੰ ਜਿਹੜਾ ਹੈ ਸਾਰੇ ਪੱਖਾਂ ਵਿੱਚ ਪੂਰਨ ਰੱਖਣ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।